ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ ਅੱਜ ਦੇ ਕੁਝ ਵਿਚਾਰ ਦੇ ਐਪੀਸੋਡ ਦੇ ਵਿੱਚ, ਜਿਸ ਵਿੱਚ ਆਪਾਂ ਇੱਕ ਹਫ਼ਤੇ ਦੇ ਵਿੱਚ ਕੀ ਹੋਇਆ ਪੰਥ ਦੇ ਵਿੱਚ, ਉਹਦੇ ਬਾਰੇ ਗੱਲ ਕਰਦੇ ਹਾਂ। ਅਤੇ ਦੋ ਤਰ੍ਹਾਂ ਦੇ ਮਸਲੇ ਹੁੰਦੇ ਆ ਆਪਣੇ, ਇੱਕ ਤਾਂ ਧਾਰਮਿਕ ਮਸਲੇ ਕਹਿ ਲਓ, ਇੱਕ ਰਾਜਨੀਤਿਕ ਮਸਲੇ ਕਹਿ ਲਓ। ਇਹਨਾਂ ਦੋ ਮਸਲਿਆਂ 'ਤੇ ਆਪਾਂ ਜਿਹੜੀਆਂ ਵਾ ਉਹ ਗੱਲਾਂ ਕਰਦੇ ਹੁੰਦੇ ਹਾਂ ਅਤੇ ਆਪਣੀ ਰਾਏ ਕੀ ਆ, ਆਪਾਂ ਉਹ ਰਾਏ ਦਿੰਦੇ ਹੁੰਦੇ ਹਾਂ ਕਿ ਕੀ ਹੋ ਸਕਦਾ, ਕੀ ਨਹੀਂ ਹੋ ਸਕਦਾ, ਇਹ ਚੀਜ਼ ਗਲਤ ਹੋਈ ਆ, ਇਹ ਚੀਜ਼ ਸਹੀ ਹੋਈ ਆ। ਉਹਦੇ ਬਾਰੇ ਜਿਹੜਾ ਵਾ ਆਪਾਂ ਵਿਚਾਰ ਕਰਦੇ ਹਾਂ ਇਸ ਸੀਰੀਜ਼ ਦੇ ਵਿੱਚ। ਪਹਿਲੇ ਤਾਂ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਹੈਗੀ ਆ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਬਾਰੇ। ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਬਾਬਾ ਬੰਤਾ ਸਿੰਘ ਵੱਲੋਂ ਬਚਿੱਤਰ ਨਾਟਕ ਦੀ ਕਥਾ ਸ਼ੁਰੂ ਕੀਤੀ ਗਈ ਆ ਅਤੇ ਇਹ 1 ਸਤੰਬਰ ਤੋਂ ਸ਼ੁਰੂ ਹੋਈ ਸੀਗੀ ਅਤੇ ਚੱਲ ਰਹੀ ਹੈ ਕਥਾ। ਕਈ ਲੋਕਾਂ ਨੇ ਇਹਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਬਾਹਰ ਗੁਰਦੁਆਰਾ ਸਾਹਿਬ ਦੇ, ਪੀਸਫੁਲ ਪ੍ਰੋਟੈਸਟ ਕਹਿ ਸਕਦੇ ਹਾਂ ਤੁਸੀਂ, ਕਿ ਇਹ ਚੀਜ਼ ਐਂ ਹੋ ਰਹੀ ਆ, ਇਹ ਗਲਤ ਹੋ ਰਹੀ ਆ। ਜਿਵੇਂ ਕਹਿ ਦਿੰਦੇ ਆ ਨਾ ਕਿ ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੀ ਮੰਨਦੇ ਹਾਂ, ਹੋਰ ਕਿਸੇ ਗ੍ਰੰਥ ਨੂੰ ਅਸੀਂ ਨਹੀਂ ਮੰਨਦੇ ਜਾਂ ਉਹਦੀ ਵਿਚਾਰ ਨਹੀਂ ਹੋਣੀ ਚਾਹੀਦੀ। ਇਹ ਜਿਹੜੇ ਲੋਕ ਆ ਇਹ ਇਕੱਠੇ ਹੋ ਕੇ ਉੱਥੇ ਪ੍ਰੋਟੈਸਟ ਕਰਦੇ ਪਏ ਆ। ਦੇਖੋ ਜੀ, ਜਿਹੜੀ ਬਾਣੀ ਆ ਨਾ, ਬਾਣੀ ਦੀ ਵਿਚਾਰ ਹੋਣੀ ਚਾਹੀਦੀ ਆ। ਕਦੇ ਲੋਕ ਕਹਿ ਦਿੰਦੇ ਆ ਕਿ ਦੇਖੋ ਜੀ ਤੁਸੀਂ ਇਹ ਬਾਣੀ ਦੀ ਵਿਚਾਰ ਕਿਉਂ ਨਹੀਂ ਕਰਦੇ। ਜਦੋਂ ਬਾਣੀ ਦੀ ਵਿਚਾਰ ਕਰਦੇ ਆ ਫਿਰ ਵੀ ਇਸ਼ੂ ਆ ਜਾਂਦਾ। ਮਤਲਬ ਦੋਨੇ ਪੱਖਾਂ ਤੋਂ ਤੁਸੀਂ ਜਿਹੜੇ ਸਿੱਖ ਆ ਉਹਨਾਂ ਨੂੰ ਜੀਣ ਨਹੀਂ ਦਿੰਦੇ। ਜਾਂ ਤਾਂ ਕਹੋ ਕਿ ਭਾਈ ਇਹਨਾਂ ਦੀ ਬਾਣੀ ਦੀ ਵਿਚਾਰ ਜਿਹੜੀ ਆ ਉਹ ਕਰੋ, ਜਾਂ ਕਹੋ ਕਿ ਨਾ ਕਰੋ। ਜੇ ਕਰਦੇ ਆ ਤਾਂ ਵੀ ਇਸ਼ੂ, ਜੇ ਨਹੀਂ ਕਰਦੇ ਤਾਂ ਵੀ ਇਸ਼ੂ। ਸੋ ਕਈ ਲੋਕ ਇਹ ਕਹਿੰਦੇ ਆ ਕਿ ਜਿਹੜਾ ਬਚਿੱਤਰ ਨਾਟਕ ਆ ਨਾ ਉਹ ਗੁਰੂ ਸਾਹਿਬ ਦੀ ਕ੍ਰਿਤ ਨਹੀਂ ਗੀ। ਆਪਾਂ ਮੇਨ ਪੁਆਇੰਟ 'ਤੇ ਆਉਣੇ ਆ। ਉਹ ਕਹਿੰਦੇ ਜਿਹੜਾ ਬਚਿੱਤਰ ਨਾਟਕ ਆ ਗੁਰੂ ਸਾਹਿਬ ਨੇ ਨਹੀਂ ਲਿਖਿਆ, ਇਸ ਕਰਕੇ ਇਹਦੀ ਵਿਚਾਰ ਨਹੀਂ ਹੋਣੀ ਚਾਹੀਦੀ। ਬਹੁਤ ਸਾਰੇ ਜਿਹੜੇ ਵਿਦਵਾਨ ਆ ਪੰਥ ਦੇ ਜੀ, ਉਹਨਾਂ ਨੇ ਕਿਤਾਬਾਂ ਲਿਖੀਆਂ ਵਾ, ਉਹਨਾਂ ਨੇ ਸਾਬਤ ਕੀਤਾ ਕਿ ਇਹ ਗੁਰੂ ਸਾਹਿਬ ਦੀ ਕ੍ਰਿਤ ਆ। ਕਈ ਹੋਰ ਲੋਕ ਵੀ ਹੈਗੇ ਆ ਜਿਹੜੇ ਕਹਿੰਦੇ ਕਿ ਇਹ ਗੁਰੂ ਸਾਹਿਬ ਦੀ ਕ੍ਰਿਤ ਨਹੀਂ ਹੈਗੀ। ਅਤੇ ਬਹੁਤੀ ਵਾਰੀ ਕੀ ਹੋਇਆ ਕਿ ਜਿਹੜੇ ਲੋਕਾਂ ਨੇ ਇਹ ਕਿਹਾ ਕਿ ਗੁਰੂ ਸਾਹਿਬ ਦੀ ਕ੍ਰਿਤ ਨਹੀਂ, ਉਹਨਾਂ ਨੇ ਪਹਿਲਾਂ ਆਪਣੀਆਂ ਕਿਤਾਬਾਂ ਲਿਖੀਆਂ। ਉਸ ਤੋਂ ਬਾਅਦ 'ਚੋਂ ਜਿਹੜੀਆਂ ਉਹਨਾਂ ਦੀਆਂ ਕਿਤਾਬਾਂ ਸੀਗੀਆਂ, ਉਹਨਾਂ ਦੇ ਜਿਹੜੇ ਵਿੱਚ ਪੁਆਇੰਟ ਉਠਾਏ ਗਏ ਸੀਗੇ, ਉਹਨਾਂ ਦਾ ਖੰਡਨ ਕੀਤਾ ਗਿਆ, ਜਿਹੜੀ ਇੱਕ ਹੱਕ ਦੇ ਵਿੱਚ ਕਿਤਾਬ ਆਈ। ਮੈਂ ਸਮਝਦਾ ਵਾਂ ਕਿ ਜੇ ਤੁਸੀਂ ਰੀਅਲੀ ਜਾਣਨਾ ਚਾਹੁੰਦੇ ਆ ਹੈ ਨਾ ਕਿ ਗੁਰੂ ਸਾਹਿਬ ਦੀ ਬਾਣੀ ਕਿਉਂ ਕਿਹਾ ਜਾਂਦਾ ਵਾ ਦਸਮ ਦੀ ਬਾਣੀ ਨੂੰ, ਤਾਂ ਤੁਹਾਨੂੰ ਦੋਨੇ ਤਰ੍ਹਾਂ ਦੀਆਂ ਜਿਹੜੀਆਂ ਪੁਸਤਕਾਂ ਵਾ ਉਹ ਪੜ੍ਹਨੀਆਂ ਚਾਹੀਦੀਆਂ। ਜਿਹੜੀਆਂ ਵਿਰੋਧ ਦੇ ਵਿੱਚ ਆ ਉਹ ਵੀ ਪੜ੍ਹੋ, ਜਿਹੜੀਆਂ ਵਿਰੋਧ ਦੇ ਵਿੱਚ ਨਹੀਂ ਹੈਗੀਆਂ ਉਹ ਵੀ ਪੜ੍ਹੋ। ਹੁਣ ਬਚਿੱਤਰ ਨਾਟਕ ਦੋ ਤਰੀਕੇ ਨਾਲ ਯੂਜ਼ ਹੁੰਦਾ ਵਾ, ਉਹ ਪਹਿਲਾਂ ਆਪਾਂ ਥੋੜ੍ਹੀ ਜਿਹੀ ਗੱਲ ਕਰ ਲਈਏ। ਬਚਿੱਤਰ ਨਾਟਕ ਜਿਹੜਾ ਜੀ, ਇੱਕ ਤਾਂ ਉਹ ਪਹਿਲਾਂ ਗ੍ਰੰਥ ਹੁੰਦਾ ਸੀਗਾ। ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਸੀਗੀ ਨਾ, ਉਹ ਅਲੱਗ-ਅਲੱਗ ਗ੍ਰੰਥਾਂ ਦੇ ਵਿੱਚ ਹੁੰਦੀ ਸੀਗੀ। ਇੱਕ ਗ੍ਰੰਥ ਦਾ ਨਾਮ ਸੀਗਾ ਬਚਿੱਤਰ ਨਾਟਕ। ਉਸ ਬਚਿੱਤਰ ਨਾਟਕ ਦੇ ਵਿੱਚ ਚੰਡੀ ਚਰਿੱਤਰ ਹੋ ਗਏ, ਉਹਨਾਂ ਵਿੱਚ ਜਾਂ ਫਿਰ ਅਵਤਾਰਾਂ ਦੀ ਕਥਾ ਹੋ ਗਈ। ਇਹ ਜਿਹੜੀ ਸੀਗੀ ਇਹ ਇੱਕ ਅਲੱਗ ਪੋਥੀ ਹੁੰਦੀ ਸੀਗੀ, ਇਹਦਾ ਨਾਮ ਹੁੰਦਾ ਸੀਗਾ ਬਚਿੱਤਰ ਨਾਟਕ। ਸੋ ਭਾਈ ਮਨੀ ਸਿੰਘ ਹੋਣਾ ਨੇ ਕੀ ਕੀਤਾ, ਭਾਈ ਮਨੀ ਸਿੰਘ ਹੋਣਾ ਨੇ ਅਲੱਗ-ਅਲੱਗ ਪੋਥੀਆਂ ਜਿਹੜੀਆਂ ਸੀਗੀਆਂ ਉਹ ਇੱਕ ਜਿਲਦ ਬੰਨ੍ਹਤੀ, ਕਹਿ ਲਓ ਵੀ ਇੱਕ ਥਾਂ 'ਤੇ ਇਕੱਠੀਆਂ ਕਰਤੀਆਂ। ਸੋ ਫਿਰ ਜਿਹੜਾ ਹੁਣ ਆਪਣੇ ਕੋਲ ਗ੍ਰੰਥ ਆ, ਆਪਾਂ ਉਹਨੂੰ ਦਸਮ ਗ੍ਰੰਥ ਕਹਿ ਦਿੰਦੇ ਹਾਂ, ਜਾਂ ਕਈ ਦਸਮ ਗੁਰੂ ਗ੍ਰੰਥ ਸਾਹਿਬ ਕਹਿ ਦਿੰਦੇ ਆ। ਜਦੋਂ ਇਹ ਗੱਲ ਚੱਲਦੀ ਆ ਨਾ ਕਿ ਦਸਮ ਦੀ ਬਾਣੀ ਗੁਰੂ ਕ੍ਰਿਤ ਹੈਗੀ ਆ ਕਿ ਨਹੀਂ, ਤਾਂ ਲੋਕ ਕਹਿੰਦੇ ਆ ਕਿ ਦੇਖੋ ਜੀ ਤੁਸੀਂ ਆਪਣੀਆਂ ਧੀਆਂ ਭੈਣਾਂ ਦੇ ਵਿੱਚ ਬਹਿ ਕੇ ਚਰਿੱਤਰਾਂ ਦੇ ਅਰਥ ਕਿਉਂ ਨਹੀਂ ਕਰਦੇ ਜੇ ਤੁਸੀਂ ਇਹਨੂੰ ਗੁਰੂ ਦੀ ਬਾਣੀ ਮੰਨਦੇ ਆ। ਦੇਖੋ ਬੇਨਤੀ ਇਹ ਆ ਕਿ ਡਾਕਟਰ ਜੋਧ ਸਿੰਘ ਸੀਗੇ ਨਾ, ਡਾਕਟਰ ਜੋਧ ਸਿੰਘ ਉਹਨਾਂ ਦੀ ਗੱਲ ਯਾਦ ਆ ਗਈ, ਪਹਿਲਾਂ ਉਹ ਸੁਣਦੇ ਆ। ਉਹਨਾਂ ਕੋਲ ਇੱਕ ਬੰਦਾ ਆਇਆ, ਕਹਿੰਦਾ ਮੈਂ ਕੁਛ ਦਿਨ ਪਹਿਲਾਂ ਜਿਹੜਾ ਵਾ ਉਹ ਖਰੀਦਿਆ ਟੀਕਾ, ਅਤੇ ਮੈਂ ਚਰਿੱਤਰੋਪਾਖਿਆਨ ਪੜ੍ਹਦਾ ਪਿਆ ਸੀਗਾ ਅਤੇ ਕਿਸੇ ਲੇਡੀ ਨੇ ਕਿਹਾ ਕਿ ਇਹ ਕੀ ਪੜ੍ਹੀ ਜਾਂਦਾ। ਕਾਫੀ ਸਾਲ ਪੁਰਾਣੀ ਗੱਲ ਆ, ਉਹਨਾਂ ਨੇ ਇੱਕ ਲੈਕਚਰ ਦੇ ਵਿੱਚ ਇਹ ਗੱਲ ਕੀਤੀ। ਡਾਕਟਰ ਜੋਧ ਸਿੰਘ ਉਹਨਾਂ ਨੇ ਕਿਹਾ ਕਿ ਦੇਖੋ ਭਾਈ, ਇੰਨੀਆਂ ਬਾਣੀਆਂ ਵਾ, ਜਾਪ ਸਾਹਿਬ ਆ, ਅਕਾਲ ਉਸਤਤ ਆ, ਬਚਿੱਤਰ ਨਾਟਕ ਆ, ਚੰਡੀ ਚਰਿੱਤਰ ਆ, ਚੰਡੀ ਚਰਿੱਤਰ ਉਕਤ ਵਿਲਾਸ ਆ, ਚੰਡੀ ਦੀ ਵਾਰ ਆ, ਗਿਆਨ ਪ੍ਰਬੋਧ ਆ, 24 ਅਵਤਾਰ ਆ, ਖਾਲਸਾ ਮਹਿਮਾ ਵਾ, ਸ਼ਸਤਰਨਾਮਾ ਆ, ਇੰਨੀਆਂ ਬਾਣੀਆਂ ਹੈਗੀਆਂ ਅਤੇ ਤੁਸੀਂ ਸਿੱਧਾ ਚਰਿੱਤਰਾਂ 'ਤੇ ਕਿਉਂ ਗਏ? ਪਹਿਲਾਂ ਜਿਹੜੀਆਂ ਬਾਣੀਆਂ ਸੀਗੀਆਂ ਉਹ ਸਾਰੀਆਂ ਹੋ ਗਈਆਂ, ਪੜ੍ਹ ਲਈਆਂ ਸਾਰੀਆਂ ਬਾਣੀਆਂ ਪਹਿਲਾਂ ਵਾਲੀਆਂ। ਸੋ ਇਹ ਗੱਲ ਕਰਨੀ ਨਾ ਕਿ ਤੁਸੀਂ ਚਰਿੱਤਰਾਂ ਦੀ ਕਥਾ ਕਿਉਂ ਨਹੀਂ ਕਰਦੇ ਆਪਣੇ ਪਰਿਵਾਰ 'ਚ ਬਹਿ ਕੇ, ਇਹ ਗੱਲ ਉਦੋਂ ਕੀਤੀ ਜਾ ਸਕਦੀ ਹੈ ਜਦੋਂ ਤੁਸੀਂ ਕਹੋ ਕਿ ਭਾਈ ਜਿਹੜੀ ਸਾਡੀ ਸ਼ੰਕਾ ਨਾ ਉਹ ਇਕੱਲੀ ਚਰਿੱਤਰੋਪਾਖਿਆਨ 'ਤੇ ਰਹਿ ਗਈ, ਬਾਕੀ ਸਾਰੀ ਬਾਣੀਆਂ 'ਤੇ ਜਿਹੜੀ ਸ਼ੰਕਾ ਸੀ ਸਾਡੀ ਦੂਰ ਹੋ ਗਈ ਆ। ਜਦ ਕਿ ਐਂ ਹੁੰਦਾ ਨਹੀਂ ਗਾ।
ਹੁਣ ਦੇਖੋ ਬਚਿੱਤਰ ਨਾਟਕ ਦੀ ਗੱਲ ਚੱਲਦੀ ਪਈ ਆ। ਬਚਿੱਤਰ ਨਾਟਕ ਇੱਕ ਬਾਣੀ ਵੀ ਹੈ, ਜਿਵੇਂ ਮੈਂ ਪਹਿਲਾਂ ਕਹਿੰਦਾ ਪਿਆ ਸੀਗਾ। ਬਚਿੱਤਰ ਨਾਟਕ ਇੱਕ ਗ੍ਰੰਥ ਵੀ ਸੀਗਾ ਅਤੇ ਉਹਦੇ ਵਿੱਚ ਇੱਕ ਬਾਣੀ ਵੀ ਸੀਗੀ। ਹੁਣ ਬਚਿੱਤਰ ਨਾਟਕ ਦੀ ਜਿਹੜੀ ਕਥਾ ਚੱਲਦੀ ਪਈ ਉਹ ਇੱਕ ਜਿਹੜਾ ਪਹਿਲਾਂ ਵਾਲਾ ਗ੍ਰੰਥ ਕਹਿ ਲਓ, ਉਹਦੀ ਕਥਾ ਨਹੀਂ ਚੱਲਦੀ ਪਈ। ਬਚਿੱਤਰ ਨਾਟਕ ਜਿਹੜੀ ਆਪਣੀ ਕਥਾ ਗੁਰੂ ਸਾਹਿਬਾਨ ਦੀ, ਉਹਦੀ ਕਥਾ ਚੱਲਦੀ ਪਈ ਆ। ਆਈ ਥਿੰਕ ਉਹਦੇ ਪਹਿਲੇ 100 ਕੁ ਛੰਦ ਜਿਹੜੇ ਹੈਗੇ ਆ, ਉਹਦੀ ਕਥਾ ਚੱਲਦੀ ਪਈ ਆ। ਅਤੇ ਉਹਦੇ ਵਿੱਚ ਤੁਹਾਨੂੰ ਕੋਈ ਸ਼ੰਕਾ ਹੈਗਾ? ਕਿਉਂਕਿ ਲੋਕਾਂ ਨੂੰ ਉਹਦੇ ਵਿੱਚ ਵੀ ਸ਼ੰਕਾ ਹੈਗਾ ਨਾ, ਦੇਖੋ ਇਹ 'ਚ ਐਂ ਲਿਖਿਆ, ਇਹ 'ਚ ਤਾਂ ਮਹਾਂਕਾਲ ਆ ਗਿਆ, ਖਾ ਜਾਊਗਾ ਸਾਨੂੰ। ਜਾਂ ਫਿਰ ਕਹਿ ਦਿੰਦੇ ਆ ਕਿ ਦੇਖੋ ਜੀ ਗੁਰੂ ਸਾਹਿਬ ਨੂੰ ਹਿੰਦੂ ਸਾਬਿਤ ਕੀਤਾ ਹੋਇਆ। ਇਹ ਜਿਹੜੇ ਸ਼ੰਕੇ ਆ ਇਹ ਬਚਿੱਤਰ ਨਾਟਕ ਦੇ ਵਿੱਚੋਂ ਹੀ ਉਪਜਦੇ ਆ ਨਾ। ਉਹਦੀ ਬਹਿ ਕੇ ਕਥਾ ਸੁਣੋ ਨਾ ਫਿਰ। ਤੁਹਾਡੇ ਸ਼ੰਕੇ ਹੈਗੇ ਆ ਬਚਿੱਤਰ ਨਾਟਕ ਦੇ ਵਿੱਚ ਤਾਂ ਬਹਿ ਕੇ ਕਥਾ ਸੁਣੋ। ਚਰਿੱਤਰ ਵਾਕਿਆਂ 'ਤੇ ਸਿੱਧਾ ਨਾ ਜਾਓ, ਪਹਿਲਾਂ ਬਚਿੱਤਰ ਨਾਟਕ ਦੇ ਆਪਣੇ ਸ਼ੰਕੇ ਦੂਰ ਕਰ ਲਓ। ਜਦੋਂ ਬਚਿੱਤਰ ਨਾਟਕ ਦੇ ਤੁਹਾਡੇ ਸ਼ੰਕੇ ਦੂਰ ਹੋ ਗਏ, ਚੰਡੀ ਚਰਿੱਤਰ ਉਕਤ ਬਿਲਾਸ, ਗਿਆਨ ਪ੍ਰਬੋਧ, 24 ਅਵਤਾਰ, ਜਦੋਂ ਤੁਹਾਡੇ ਸਾਰੇ ਸ਼ੰਕੇ ਖਤਮ ਹੋ ਗਏ, ਫਿਰ ਤੁਹਾਡੀ ਗੱਲ ਕਰਨੀ ਬਣਦੀ ਹੈ ਕਿ ਭਾਈ ਹਾਂ ਅਸੀਂ ਹੁਣ ਚਰਿੱਤਰਾਂ ਦੀ ਗੱਲ ਕਰਨੀ ਆ। ਤੁਹਾਡੇ ਤਾਂ ਪੁਰਾਣੇ ਸ਼ੰਕੇ ਨਹੀਂ ਕਲੀਅਰ ਹੋਏ, ਤੁਸੀਂ ਬਾਅਦ ਵਾਲੇ ਸ਼ੰਕੇ ਕਿਉਂ ਲੈ ਕੇ ਆਉਣੇ ਆ ਆਪਦੇ? ਪੁਰਾਣੇ ਸ਼ੰਕੇ ਤਾਂ ਕਲੀਅਰ ਕਰ ਲਓ ਨਾ। ਅਤੇ ਇੱਕ ਗੱਲ ਹੋਰ ਦੇਖੋ, ਜਿਨ੍ਹਾਂ ਨੇ ਬਾਣੀ ਪੜ੍ਹੀ ਆ ਨਾ ਦਸਮ ਦੀ, ਉਹਨਾਂ ਨੂੰ ਪਤਾ ਹੋਊਗਾ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਬਾਣੀਆਂ ਵਾ ਦਸਮ ਗ੍ਰੰਥ ਦੇ ਵਿੱਚ ਜਿਹੜੀਆਂ ਲਿੰਕ ਹੁੰਦੀਆਂ ਵਾ। ਹੁਣ ਜੇ ਇਹ ਮੰਨਦੇ ਆ ਕਿ ਗੁਰੂ ਸਾਹਿਬਾਨ ਨੇ ਬਚਿੱਤਰ ਨਾਟਕ ਲਿਖਿਆ, ਜਿਹੜੀ ਆਪਣੀ ਕਥਾ ਵਾ, ਜੇ ਗੁਰੂ ਸਾਹਿਬ ਨੇ ਕਹਿੰਦੇ ਆ ਬਚਿੱਤਰ ਨਾਟਕ ਲਿਖਿਆ, ਫਿਰ ਇਹਨਾਂ ਨੂੰ ਇਹ ਵੀ ਮੰਨਣਾ ਪੈਣਾ ਕਿ ਚੰਡੀ ਚਰਿੱਤਰ ਲਿਖੇ ਆ, ਕਿਉਂਕਿ ਗੁਰੂ ਸਾਹਿਬ ਅਖੀਰ 'ਤੇ ਜਾ ਕੇ ਜ਼ਿਕਰ ਕਰਦੇ ਆ ਬਚਿੱਤਰ ਨਾਟਕ ਦੇ ਵਿੱਚ। ਇਹਨਾਂ ਕਾਰਨਾਂ ਕਰਕੇ ਇਹਨਾਂ ਨੂੰ ਇਹ ਕਹਿਣਾ ਪੈਂਦਾ ਵਾ ਕਿ ਜਿਹੜੀ ਬਚਿੱਤਰ ਨਾਟਕ ਬਾਣੀ ਆ ਉਹ ਗੁਰੂ ਸਾਹਿਬ ਦੀ ਰਚਨਾ ਨਹੀਂ ਹੈਗੀ। ਮੂਲ ਕਾਰਨ ਇਹ ਨਹੀਂ ਗਾ ਕਿ ਉਹਦੇ ਵਿੱਚ ਲਿਖਿਆ ਕਿ ਜਿਹੜੇ ਬੰਸ ਆ ਉਹ ਕਿੱਥੋਂ ਤੁਰੇ ਆ। ਮੂਲ ਕਾਰਨ ਇਹ ਆ ਕਿ ਜਿਹੜੀਆਂ ਬਾਣੀਆਂ ਵਾ ਉਹ ਲਿੰਕ ਹੋਣੀਆਂ ਸ਼ੁਰੂ ਹੋ ਜਾਂਦੀਆਂ। ਫਿਰ ਇਹਨਾਂ ਨੂੰ ਸਾਰੀਆਂ ਬਾਣੀਆਂ ਮੰਨਣੀਆਂ ਪੈਣੀਆਂ ਜਿਹੜੀਆਂ ਰਿਜੈਕਟ ਕਰੀ ਜਾਂਦੇ ਆ। ਸੋ ਬੇਨਤੀ ਸਾਰਿਆਂ ਦੇ ਚਰਨਾਂ ਵਿੱਚ ਇਹ ਆ ਕਿ ਭਾਈ ਜੇ ਤੁਹਾਡੇ ਸ਼ੰਕੇ ਆ ਨਾ, ਤਾਂ ਕਥਾ ਵਿੱਚ ਸੁਣੋ, ਉਹ ਤੁਹਾਡੇ ਸ਼ੰਕੇ ਦੂਰ ਹੋਣਗੇ। ਭਗਉਤੀ ਨੂੰ ਲੈ ਕੇ ਰੌਲਾ ਪਾਈ ਜਾਣਾ, ਮਹਾਂਕਾਲ ਨੂੰ ਲੈ ਕੇ ਰੌਲਾ ਪਾਈ ਜਾਣਾ, ਇਹ ਸਿਆਣਪ ਥੋੜ੍ਹੀ ਆ ਯਾਰ। ਜਦੋਂ ਦੇਖੋ ਭਗਉਤੀ ਹੋ ਗਈ, ਮਹਾਂਕਾਲ ਹੋ ਗਿਆ, ਭਾਈ ਕਾਹਨ ਸਿੰਘ ਨਾਭਾ ਨੇ ਇੰਨੇ ਸਾਲ ਪਹਿਲਾਂ ਉਹਨਾਂ ਦੇ ਅਰਥ ਲਿਖਤੇ ਆ ਖੋਲ੍ਹ ਕੇ, ਤੁਸੀਂ ਉਹ ਫੇਰ ਚੀਜ਼ਾਂ ਚੱਕੀ ਜਾਂਦੇ। ਕਾਲਾ ਅਫਗਾਨਾ ਲੈ ਲਓ, ਕਾਲੇ ਅਫਗਾਨੇ ਨੇ ਲਿਖਿਆ ਨਾ 10ਵਾਂ ਭਾਗ ਪੜ੍ਹ ਲਓ ਹੁੰਦਾ, ਉਹ ਮਹਾਂਕਾਲ ਦੇ ਅਰਥ ਹੋਰ ਹੀ ਕਰੀ ਜਾਂਦਾ। ਹਾਲਾਂਕਿ ਪਰਮਾਤਮਾ ਵੀ ਕੀਤਾ, ਭਾਈ ਕਾਹਨ ਸਿੰਘ ਨਾਭਾ ਨੇ ਅਰਥ ਉਹਦੇ ਵੱਲ ਧਿਆਨ ਨਹੀਂ ਦਿੰਦਾ। ਫਿਰ ਇਹ ਚੈਰੀ ਪਿਕਿੰਗ ਹੀ ਹੋ ਗਈ ਨਾ ਕਿ ਭਾਈ ਅਸੀਂ ਜਿਹੜਾ ਤੁਹਾਡੇ ਅਰਥ ਸਹੀ ਮਾਇਨੇ ਦੇ ਵਿੱਚ ਆ, ਅਸੀਂ ਉਹ ਨਹੀਂ ਮੰਨਦੇ। ਦੇਖੋ ਇੱਕ ਸ਼ਬਦ ਦੇ ਕਈ ਅਰਥ ਹੁੰਦੇ ਆ। ਜੇ ਤੁਸੀਂ ਕੰਟੈਕਸਟ ਦੇ ਅਕੋਰਡਿੰਗਲੀ ਅਰਥ ਨਹੀਂ ਨਾ ਲਾਉਂਦੇ ਸ਼ਬਦਾਂ ਦੇ, ਤਾਂ ਅਰਥਾਂ ਦੇ ਅਨਰਥ ਹੋ ਜਾਂਦੇ ਆ। ਹੁਣ ਇਹ ਅਰਥਾਂ ਦੇ ਅਨਰਥ ਹੀ ਹੋ ਰਿਹਾ। ਮਹਾਂਕਾਲ ਨੂੰ ਪਤਾ ਨਹੀਂ ਸ਼ਿਵ ਜੀ ਜਾਂ ਪਤਾ ਨਹੀਂ ਕੋਈ ਉਗਰਸੈਨ ਦਾ ਕੋਈ ਮੰਦਰ, ਪਤਾ ਨਹੀਂ ਇਹੋ ਜਿਹੀ ਕੋਈ ਗੱਲ ਬਣਾ ਦਿੰਦੇ ਆ ਅਤੇ ਫਿਰ ਬਾਅਦ 'ਚ ਕਹਿ ਦਿੰਦੇ ਦੇਖੋ ਜੀ ਇਹ ਤਾਂ ਦੇਵੀ ਦੇਵਤਿਆਂ ਦਾ ਜ਼ਿਕਰ ਹੀ ਆ। ਨਹੀਂ ਹੋ, ਦੇਖੋ ਤੁਸੀਂ ਬੈਠੋ, ਪੜ੍ਹੋ, ਸਮਝੋ, ਕਥਾ ਸੁਣੋ, ਫਿਰ ਤੁਹਾਨੂੰ ਪਤਾ ਚੱਲੂਗਾ ਕਿ ਅਰਥ ਹੈ ਕੀ। ਐਵੇਂ ਹਵਾ 'ਚ ਹੀ ਉਹ ਸੋਟੀਆਂ ਜਿਹੀਆਂ ਮਾਰੀ ਜਾਣੀਆਂ, ਉਹਦਾ ਕੀ ਫਾਇਦਾ। ਫਿਰ ਕਈ ਲੋਕ ਵੀ ਆਏ ਸੀਗੇ, ਮੈਨੂੰ ਨਹੀਂ ਪਤਾ ਉਹ ਜਿਹੜੇ ਪ੍ਰੋਟੈਸਟ ਕਰਨ ਵਾਲੇ ਸੀਗੇ ਉਹ ਸੀਗੇ ਜਾਂ ਫਿਰ ਕੋਈ ਵੈਸੇ ਜਿਹੜੇ ਉਹਨਾਂ ਨਾਲ ਸਿੰਘ ਹੋਣਗੇ ਜਾਂ ਫਿਰ ਸੰਗਤ ਹੋਊਗੀ ਉਹ ਸੀਗੇ, ਮੈਨੂੰ ਪਤਾ ਨਹੀਂ। ਪਰ ਬਾਬਾ ਬੰਦਾ ਸਿੰਘ ਹੋਣਾ ਕੋਲ ਉਹ ਆਏ ਸੀਗੇ ਅਤੇ ਉੱਥੇ ਖੜ੍ਹ ਕੇ ਫਿਰ ਵਿਚਾਰ ਕਰਦੇ ਪਏ ਆ। ਦੇਖੋ ਜੀ ਗੱਲ ਜਿਹੜੀ ਆ ਉਹ ਸਾਰੀ ਇਹ ਆ। ਨਾਲੇ ਜਦੋਂ ਉੱਥੇ ਕਥਾਵਾਚਕ ਤੁਹਾਡੇ ਕੋਲ ਆਇਆ ਹੋਇਆ ਵਾ, ਤੁਹਾਡੇ ਕੋਲ ਮੰਨ ਲਓ ਕੋਈ ਸਕਾਲਰ ਵੀ ਆਇਆ ਹੋਇਆ ਵਾ, ਜਦੋਂ ਆਪਾਂ ਲੈਕਚਰਸ ਦੀ ਗੱਲ ਕਰਦੇ ਹਾਂ, ਤੁਸੀਂ ਉਹਨਾਂ ਕੋਲ ਆਪਣੇ ਪ੍ਰਸ਼ਨ ਰੱਖੋ ਨਾ। ਬਾਹਰ ਪ੍ਰੋਟੈਸਟ ਕਰੀ ਜਾਣਾ ਅਸੀਂ ਨਹੀਂ ਮੰਨਦੇ, ਅਸੀਂ ਨਹੀਂ ਮੰਨਦੇ, ਉਹਦਾ ਕੀ ਫਾਇਦਾ। ਸੋ ਜਦੋਂ ਕੋਈ ਸਕਾਲਰ ਆਉਂਦਾ ਵਾ, ਜਦੋਂ ਤੁਹਾਡੇ ਕੋਲ ਕੋਈ ਕਥਾਵਾਚਕ ਆਉਂਦਾ, ਤੁਸੀਂ ਉਹਨਾਂ ਨੂੰ ਆਪਣੇ ਪ੍ਰਸ਼ਨ ਪੁੱਛੋ ਅਤੇ ਉਹ ਤੁਹਾਨੂੰ ਉੱਤਰ ਦੇਣਗੇ। ਜਾਂ ਤਾਂ ਇਹ ਆ ਨਾ ਕਿ ਉੱਤਰ ਨਹੀਂ ਦਿੰਦੇ, ਫਿਰ ਤਾਂ ਤੁਸੀਂ ਕਹੋਗੇ ਅਸੀਂ ਪ੍ਰੋਟੈਸਟ ਕਰਦੇ ਹਾਂ ਕਿ ਭਾਈ ਸਾਡੇ ਜਿਹੜੇ ਪ੍ਰਸ਼ਨ ਉਹਨਾਂ ਦੇ ਉੱਤਰ ਨਹੀਂ ਮਿਲਦੇ ਪਏ। ਉਹ ਉੱਤਰ ਦੇਣ ਨੂੰ ਤਿਆਰ ਆ, ਇੰਨੀਆਂ ਜਗ੍ਹਾਵਾਂ 'ਤੇ ਵੀ ਗਏ ਆ ਉਹ, ਅਮਰੀਕਾ, ਜਰਮਨ, ਕਿੰਨੇ ਥਾਵਾਂ 'ਤੇ ਵਿਚਰੇ ਆ ਯਾਰ ਸਕਾਲਰਸ, ਤੁਸੀਂ ਪਰ ਤਿਆਰ ਹੀ ਨਹੀਂ ਹੁੰਦੇ ਬਹਿਣ ਲਈ। ਦੇਖੋ ਬਾਣੀ ਦੀ ਵਿਰੋਧਤਾ ਕਰਨ ਦਾ ਨਾ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਣਾ। ਤੁਸੀਂ ਚਾਹੇ ਗੁਰਬਾਣੀ ਦੀ ਨਿੰਦਾ ਕਰ ਲਓ, ਚਾਹੇ ਤੁਸੀਂ ਇਤਿਹਾਸਕ ਸਰੋਤਾਂ ਦੀ ਨਿੰਦਾ ਕਰ ਲਓ, ਕੋਈ ਫਾਇਦਾ ਤਾਂ ਨਹੀਂ ਹੋਇਆ ਨਾ। ਦੇਖੋ ਇੰਨੇ ਸਾਲਾਂ ਤੋਂ ਲੋਕ ਲੱਗੇ ਹੋਏ, ਕੀ ਫਾਇਦਾ ਹੋ ਗਿਆ। ਜਾਂ ਤਾਂ ਹੋਵੇ ਨਾ ਕਹੋ ਕਿ ਭਾਈ ਜਿਹੜੀਆਂ ਸੰਪਰਦਾਵਾਂ ਉਹਨਾਂ ਨੇ ਉਹ ਪੜ੍ਹਨਾ ਬੰਦ ਕਰਤਾ, ਗੁਰਦੁਆਰਿਆਂ ਦੇ ਵਿੱਚ ਉਹਨਾਂ ਦੀ ਕਥਾ ਹੋਣੀ ਬੰਦ ਹੋ ਗਈ। ਜਾਂ ਤੁਸੀਂ ਐਂ ਕਹੋ ਹਾਂ ਜਿਹੜੀਆਂ ਆਪਣੀਆਂ ਕਮੇਟੀਆਂ ਬਣਾਈਆਂ ਹੋਈਆਂ ਲੋਕਲ ਉਹ ਫੈਸਲੇ ਜੇ ਸੁਣਾਉਂਦੇ ਰਹਿੰਦੇ ਆ ਕਿ ਅਸੀਂ ਇਹ ਨਹੀਂ ਪੜ੍ਹਨਾ, ਉਹ ਨਹੀਂ ਪੜ੍ਹਨਾ, ਉਹ ਗੱਲ ਵੱਖਰੀ ਆ। ਬਟ ਆਪਾਂ ਇਨ ਜਨਰਲ ਗੱਲ ਕਰੀਏ ਤਾਂ ਕੁਛ ਬੰਦ ਥੋੜ੍ਹੀ ਹੋਇਆ ਵਾ, ਉਵੇਂ ਚੱਲੀ ਜਾਂਦਾ। ਫਿਰ ਤੁਹਾਡੇ ਪ੍ਰੋਟੈਸਟ ਕਰਨ ਦਾ, ਤੁਹਾਡੇ ਆਰਗੂਮੈਂਟਸ ਦਾ ਫਾਇਦਾ ਕੀ ਹੋਇਆ।
ਜਾਂ ਤਾਂ ਕਹੋ ਨਾ ਕਿ ਦੇਖੋ ਜੀ ਅਸੀਂ ਪ੍ਰੋਟੈਸਟ ਕਰਕੇ ਆਪਣੇ ਲੇਖਣੀਆਂ ਨਾਲ ਅਸੀਂ ਇੰਨੇ ਲੇਖ ਲਿਖਤੇ, ਇੰਨੀਆਂ ਕਿਤਾਬਾਂ ਲਿਖਤੀਆਂ, ਅਸੀਂ ਇਹ ਭਲਾ ਕਰਤਾ, ਦੇਖੋ ਹੁਣ ਇਹ ਚੀਜ਼ਾਂ ਹਟ ਗਈਆਂ। ਉਹਦਾ ਕਾਰਨ ਪਤਾ ਕੀ ਆ? ਕਿਉਂਕਿ ਤੁਹਾਡੇ ਕੋਲ ਲੌਜਿਕ ਨਹੀਂ ਹੈਗਾ। ਢਿੱਡਰੀ ਲੌਜਿਕ ਦੀ ਗੱਲ ਕਰਦਾ ਨਾ, ਜੇ ਆਪਾਂ ਇਨ ਜਨਰਲ ਗੱਲ ਕਰੀਏ, ਜਿਹੜੇ ਪੰਥ ਦੇ ਵਿਰੋਧੀ ਲੋਕ ਆ ਨਾ, ਜਿਹੜੇ ਗੁਰਬਾਣੀ ਦਾ ਵਿਰੋਧ ਕਰਦੇ ਆ, ਇਤਿਹਾਸ ਦਾ ਵਿਰੋਧ ਕਰਦੇ ਆ, ਉਹਨਾਂ ਕੋਲ ਲੌਜਿਕ ਨਹੀਂ ਹੈਗਾ। ਉਹਨਾਂ ਕੋਲ ਜਿਹੜੇ ਆਰਗੂਮੈਂਟ ਆ ਨਾ, ਉਹ ਰਿਫਿਊਟੇਬਲ ਆਰਗੂਮੈਂਟ ਆ। ਇਰਰਿਫਿਊਟੇਬਲ ਆਰਗੂਮੈਂਟ ਨਹੀਂ ਹੈਗੇ ਕਿ ਹਾਂ ਭਾਈ ਜਿਹੜੀ ਦਲੀਲ ਆ, ਜਿਹਨੂੰ ਆਪਾਂ ਕਹੀਏ ਕਿ ਕੱਟੀ ਨਹੀਂ ਜਾ ਸਕਦੀ, ਉਹ ਉਹਨਾਂ ਕੋਲ ਆਰਗੂਮੈਂਟ ਨਹੀਂ ਹੈਗੇ। ਉਹਨਾਂ ਦੀਆਂ ਦਲੀਲਾਂ ਇੰਨੀਆਂ ਕਮਜ਼ੋਰ ਹੁੰਦੀਆਂ ਕਿ ਉਹ ਆਰਾਮ ਨਾਲ ਕੱਟੀਆਂ ਜਾ ਸਕਦੀਆਂ। ਸੋ ਇਹਨਾਂ ਕਾਰਨਾਂ ਕਰਕੇ ਜਿਹੜੇ ਇਹ ਲੋਕ ਆ, ਉਹ ਸਫਲ ਨਹੀਂ ਹੋ ਰਹੇ। ਸੋ ਜਿਹੜੀ ਸੰਗਤ ਆ, ਸੰਗਤ ਨੂੰ ਬੇਨਤੀ ਇਹ ਆ ਕਿ ਜੇ ਤੁਹਾਡੇ ਮਨ ਦੇ ਵਿੱਚ ਕੋਈ ਡਾਊਟ ਹੁੰਦਾ ਵਾ, ਤੁਸੀਂ ਕਿਤਾਬਾਂ ਪੜ੍ਹੋ, ਤੁਸੀਂ ਕਥਾ ਨੂੰ ਸੁਣੋ, ਤੁਹਾਡੇ ਜਿਹੜੇ ਡਾਊਟਸ ਆ ਉਹ ਆਪਣੇ ਆਪ ਜਿਹੜੇ ਕਲੀਅਰ ਹੋਣੇ ਸ਼ੁਰੂ ਹੋ ਜਾਣਗੇ। ਸੋ ਜਾਪ ਸਾਹਿਬ ਤੋਂ ਸ਼ੁਰੂ ਕਰੋ, ਹੌਲੀ-ਹੌਲੀ ਫਿਰ ਚੜ੍ਹਦੇ ਜਾਓ ਪੌੜੀਆਂ, ਅਰਥ ਸੁਣਦੇ ਜਾਓ, ਕਿਤਾਬਾਂ ਪੜ੍ਹਦੇ ਜਾਓ। ਟੀਕੇ ਹੈਗੇ ਆ, ਸ਼੍ਰੋਮਣੀ ਸਟੀਕ ਆ। ਦੇਖੋ ਜੇ ਤੁਸੀਂ ਸ਼੍ਰੋਮਣੀ ਸਟੀਕ ਪੜ੍ਹ ਲਓਗੇ ਨਾ, ਸ਼੍ਰੋਮਣੀ ਸਟੀਕ ਪੜ੍ਹ ਕੇ ਤੁਹਾਡੇ ਮੈਂ ਕਹਿੰਦਾ 90% ਡਾਊਟਸ ਉਂਝ ਹੀ ਕਲੀਅਰ ਹੋ ਜਾਣੇ ਆ। ਸਣੇ ਚਰਿਤ੍ਰੋਪਾਖਿਆਨ ਦੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਦਿੱਤਾ ਹੋਇਆ ਵਾ ਸ਼੍ਰੋਮਣੀ ਸਟੀਕ ਦਾ। ਤੁਸੀਂ ਉਹ ਜਾਓ, ਡਾਊਨਲੋਡ ਕਰੋ, PDF ਦੇ ਵਿੱਚ ਆ, ਤੁਸੀਂ ਉਹ ਪੜ੍ਹ ਸਕਦੇ ਆ। ਤੁਹਾਡੇ ਡਾਊਟਸ ਉਂਝ ਹੀ ਕਲੀਅਰ ਹੋ ਜਾਣੇ ਆ। ਆਹ ਲੱਲੂ ਪੰਜੂ ਮਹਾਂਕਾਲ ਹੋ ਗਿਆ ਜੀ, ਸ਼ਿਵਜੀ ਹੋ ਗਿਆ ਸਾਡਾ ਮਹਾਂਕਾਲ, ਭਗੌਤੀ ਜਿਹੜੀ ਆ ਉਹ ਕੋਈ ਦੇਵੀ ਹੋ ਗਈ। ਇਹ ਲੱਲੂ ਪੰਜੂ ਅਰਥ ਤਾਂ ਉਂਝ ਹੀ ਨਿਕਲ ਜਾਣੇ ਆ। ਅਤੇ ਜਿਹੜੇ ਡੀਪ ਡਾਈਵ ਕਰਕੇ ਤੁਹਾਨੂੰ ਚੀਜ਼ਾਂ ਮਿਲਣਗੀਆਂ ਨਾ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ 'ਚੋਂ, ਉਹਨਾਂ ਦਾ ਕੋਈ ਅੰਤ ਹੀ ਨਹੀਂ ਹੈਗਾ। ਮਤਲਬ ਤੁਹਾਡਾ ਜਿਹੜਾ ਮਨ ਆ, ਉਹ ਪੂਰੀ ਤਰ੍ਹਾਂ ਸਮਝ ਜੂਗਾ ਕਿ ਗੱਲ ਹੈ ਕੀ ਅਤੇ ਬਣਾ ਕੀ ਦਿੱਤੀ ਆ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਵਾਂ। ਜਿਵੇਂ ਆਪਾਂ ਕਹਿੰਦੇ ਆ ਨਾ ਚੌਪਈ ਸਾਹਿਬ ਦੇ ਵਿੱਚ, ਕਿਰਪਾ ਕਰੀ ਹਮ ਪਰ ਜਗਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲ ਬਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਛੈ ਕਰਤਾ। ਹੁਣ ਕਈ ਜਿਹੜੇ ਲੋਕ ਆ ਉਹ ਇਹ ਪੜ੍ਹਦੇ ਨਹੀਂ ਗੇ। ਕਹਿੰਦੇ ਕਿ ਜੀ ਦੇਖੋ ਅਸੀਂ ਖੜਗਕੇਤ ਤੱਕ ਪੜ੍ਹਨਾ ਵਾ, ਜਿਹੜਾ ਇਹ ਆ ਕਿ ਕਿਰਪਾ ਕਰੀ ਹਮ ਪਰ ਜਗਮਾਤਾ, ਇਹ ਤਾਂ ਕੋਈ ਦੇਵੀ ਦੀ ਗੱਲ ਹੋ ਗਈ। ਚਲੋ ਆਪਾਂ ਮੰਨ ਲੈਂਦੇ ਹਾਂ। ਮੈਂ ਇਹ ਜ਼ਰੂਰ ਸਮਝਦਾ ਕਿ ਜੇ ਤੁਸੀਂ ਐਂਟੀ ਪੰਥਿਕ ਲੋਕਾਂ ਦੇ ਨਾਲ ਜੁੜੇ ਹੋਏ ਆ ਨਾ, ਜਾਂ ਉਹਨਾਂ ਦੀ ਵਿਚਾਰਧਾਰਾ ਨੂੰ ਅਪਣਾਉਣੇ ਆ, ਤਾਂ ਤੁਹਾਡੇ ਕੋਲ ਕੁਐਸਚਨ ਬਹੁਤ ਜ਼ਿਆਦਾ ਹੋ ਜਾਣਗੇ ਆਨਸਰਾਂ ਨਾਲੋਂ। ਕਿਵੇਂ? ਦੇਖਦੇ ਹਾਂ ਆਪਾਂ। ਕਿਰਪਾ ਕਰੀ ਹਮ ਪਰ ਜਗਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲ ਬਿਕ ਸਕਲ ਦੇਹ ਕੋ ਹਰਤਾ। ਇਹ ਹਰਤਾ ਤਾਂ ਫਿਰ ਥੋੜ੍ਹਾ ਜਿਹਾ ਹੋਰ ਤਰ੍ਹਾਂ ਦਾ ਵਰਡ ਹੋ ਗਿਆ ਨਾ, ਹਰਤੀ ਹੋਣਾ ਚਾਹੀਦਾ ਸੀਗਾ, ਕਿਉਂਕਿ ਦੇਵੀ ਦੀ ਗੱਲ ਹੋ ਰਹੀ ਆ। ਫਿਰ ਦੁਸ਼ਟ ਦੋਖੀਅਨ ਕੋ ਛੈ ਕਰਤਾ, ਫਿਰ ਕਰਤਾ ਦੀ ਗੱਲ ਹੋ ਗਈ। ਇੱਥੇ ਕਰਤੀ ਹੋਣਾ ਚਾਹੀਦਾ ਸੀਗਾ, ਕਿਉਂਕਿ ਦੇਵੀ ਆ ਇਹ ਤਾਂ। ਨਹੀਂ, ਦੇਵੀ ਆ ਤਾਂ ਫਿਰ ਇਹ ਪੁਲਿੰਗ ਵਾਲੇ ਕਿਉਂ ਸ਼ਬਦ ਵਰਤੇ ਗੁਰੂ ਸਾਹਿਬਾਨ ਨੇ? ਦੇਖੋ ਜਿਹੜਾ ਪਰਮਾਤਮਾ ਨਾ, ਉਹਦਾ ਕੋਈ ਲਿੰਗ ਨਹੀਂ ਹੈਗਾ। ਉਹ ਮਾਂ ਵੀ ਆ, ਉਹ ਬਾਪ ਵੀ ਆ, ਉਹ ਕੁਝ ਵੀ ਨਹੀਂ। ਜਿਹੜੀ ਉਸਤਤ ਕੀਤੀ ਹੈ ਨਾ ਗੁਰੂ ਸਾਹਿਬਾਨ ਨੇ, ਉਹ ਤਿੰਨੇ ਲਿੰਗਾਂ ਦੇ ਵਿੱਚ ਕੀਤੀ ਆ। ਜੇ ਆਪਾਂ ਕਹਿੰਦੇ ਆ ਕਿ ਜਿਹੜਾ ਪਰਮਾਤਮਾ ਵਾ ਉਹ ਮਾਤਾ ਆਪਣੀ, ਇਹਦਾ ਮਤਲਬ ਐਂ ਥੋੜ੍ਹੀ ਨਾ ਕੋਈ ਦੇਵੀ ਬਣ ਗਈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਆਪਾਂ ਪੜ੍ਹਦੇ ਆ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਂਦਾ ਨਾ ਕਿ ਪਰਮਾਤਮਾ ਤੂੰ ਹੀ ਮੇਰਾ ਪਿਤਾ ਵਾ, ਤੂੰ ਹੀ ਮੇਰਾ ਮਾਤਾ ਵਾ। ਹੁਣ ਮਾਤਾ ਜੇ ਪਰਮਾਤਮਾ ਹੈਗਾ, ਫਿਰ ਇਹਦਾ ਮਤਲਬ ਐਂ ਥੋੜ੍ਹੀ ਨਾ ਕੋਈ ਦੇਵੀ ਹੋ ਗਈ, ਜਾਂ ਉਹਦੇ ਕੋਈ ਦੇਵੀ ਵਾਲੇ ਚਿੰਨ੍ਹ ਲੱਗੇ ਹੋਏ ਆ। ਐਂ ਨਹੀਂ ਹੈਗਾ। ਸੋ ਤੁਸੀਂ ਬੈਠੋ, ਪੜ੍ਹੋ, ਸਮਝੋ, ਤੁਹਾਡੇ ਜਿਹੜੇ ਡਾਊਟਸ ਆ ਉਹ ਆਪਣੇ ਆਪ ਕਲੀਅਰ ਹੋ ਜਾਣੇ ਆ। ਦੂਜੇ 'ਤੇ ਆਪਾਂ ਗੱਲ ਕਰਨੀ ਆ ਜੀ, ਜਿਹੜੇ ਪਾਕਿਸਤਾਨ ਦੇ ਵਿੱਚ ਇਤਿਹਾਸਕ ਗੁਰਦੁਆਰੇ ਆ। ਇੱਕ ਖਬਰ ਆਈ ਸੀ ਕਿ ਗੁਰਦੁਆਰਿਆਂ ਵਿੱਚ ਪੁਲਿਸ ਥਾਣਾ ਬਣਿਆ ਹੋਇਆ ਜਾਂ ਕਬਰ ਹੈਗੀ ਆ ਉੱਥੇ, ਹੈ ਨਾ। ਆਪਾਂ ਨੂੰ ਇਹਨਾਂ ਮੁੱਦਿਆਂ ਵੱਲ ਧਿਆਨ ਦੇਣਾ ਚਾਹੀਦਾ ਵਾ ਕਿ ਜਿਹੜੇ ਆਪਣੇ ਇਤਿਹਾਸਕ ਸਥਾਨ ਆ ਨਾ, ਇੰਡੀਆ 'ਚ ਤਾਂ ਆਪਾਂ ਚੱਲ ਕਹਿ ਦਿੰਦੇ ਹਾਂ ਕਿ ਸਿੱਖ ਜਿਹੜੇ ਆ ਬਹੁਤਾਤ ਦੇ ਵਿੱਚ ਆ। ਹਾਲਾਂਕਿ 2% ਹੀ ਆ ਇੰਡੀਆ ਦਾ ਹਿੱਸਾ, ਪਰ ਆਪਾਂ ਕਹਿੰਦੇ ਹਾਂ ਕਿ ਕਾਫੀ ਹੱਦ ਤੱਕ ਮਤਲਬ ਬਹੁਤਾਤ ਦੇ ਵਿੱਚ ਸਿੱਖ ਜਿਹੜੇ ਵਰਲਡ ਦੇ ਵਿੱਚ ਰਹਿੰਦੇ ਆ, ਉਹ ਇੰਡੀਆ 'ਚ ਰਹਿੰਦੇ ਆ, ਖਾਸ ਕਰ ਪੰਜਾਬ 'ਚ ਰਹਿੰਦੇ ਆ। ਪਰ ਜਿਵੇਂ ਪਾਕਿਸਤਾਨ ਹੋ ਗਿਆ, ਅਫਗਾਨਿਸਤਾਨ ਹੋ ਗਿਆ, ਹੈ ਨਾ, ਜਾਂ ਹੋਰ ਵੀ ਜਿਹੜੀਆਂ ਕੰਟਰੀਆਂ ਵਾ, ਜਿੱਥੇ ਵੀ ਗੁਰੂ ਸਾਹਿਬ ਗਏ, ਜਿੱਥੇ ਵੀ ਆਪਣੇ ਇਤਿਹਾਸਕ ਸਥਾਨ ਆ, ਆਪਾਂ ਨੂੰ ਉਹਨਾਂ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਆ। ਜਿਹੜੀਆਂ ਯਾਦਾਂ ਨਾ, ਇਤਿਹਾਸਕ ਯਾਦਾਂ, ਉਹ ਆਪਾਂ ਨੂੰ ਸੰਭਾਲਣੀਆਂ ਚਾਹੀਦੀਆਂ ਵਾ। ਇਹਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ ਵਾ। ਸਰਕਾਰਾਂ ਦਾ ਤਾਂ ਮੈਨੂੰ ਪਤਾ ਨਹੀਂ ਕੀ ਹਿਸਾਬ ਕਿਤਾਬ ਵਾ, ਪਰ ਸ਼੍ਰੋਮਣੀ ਕਮੇਟੀ ਜ਼ਰੂਰ ਅੱਗੇ ਆਵੇ ਅਤੇ ਕਹੇ ਕਿ ਭਾਈ ਜਿਹੜੇ ਇਹ ਗੁਰਦੁਆਰੇ ਆ, ਜਿਹੜੀਆਂ ਸਰਕਾਰਾਂ ਵਾ, ਚਾਹੇ ਪਾਕਿਸਤਾਨ ਦੀ ਸਰਕਾਰ ਆ ਜਾਂ ਅਫਗਾਨਿਸਤਾਨ ਦੀ ਸਰਕਾਰ ਆ, ਉਹ ਇਹਨਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੋਈ ਯਤਨ ਕਰਨ।
ਫਿਰ ਐਂ ਵੀ ਹੁੰਦਾ ਖਾਲਸਾ ਜੀ ਕਿ ਬਹੁਤ ਸਾਰੇ ਗੁਰਦੁਆਰੇ ਇਹੋ ਜਿਹੀ ਥਾਵਾਂ 'ਤੇ ਬਣੇ ਹੋਏ ਆ ਜਿੱਥੇ ਸਿੱਖ ਹੈ ਹੀ ਨਹੀਂ ਗੇ, ਜਾਂ ਸਿੱਖ ਜਿਹੜੇ ਆ ਉੱਥੋਂ ਜਾ ਰਹੇ ਆ। ਹੁਣ ਅਫ਼ਗਾਨਿਸਤਾਨ ਦੇ ਵਿੱਚ ਦੇਖੋ, ਅਫ਼ਗਾਨਿਸਤਾਨ ਦੇ ਵਿੱਚ ਸਿੱਖ ਜਿਹੜੇ ਆ ਉਹ ਇੰਡੀਆ ਗਏ ਸੀਗੇ, ਕਿਉਂਕਿ ਉੱਥੇ ਉਹਨਾਂ ਦੀ ਜਾਨ ਨੂੰ ਖਤਰਾ ਸੀਗਾ। ਹੁਣ ਆਪਾਂ ਐਂ ਵੀ ਨਹੀਂ ਕਹਿ ਸਕਦੇ ਯਾਰ ਕਿ ਸਾਰੇ ਬੰਦੇ ਇੱਕੋ ਜਿਹੇ ਹੁੰਦੇ ਆ ਅਤੇ ਆਪਣੀ ਜਾਨ 'ਤੇ ਖੇਲ ਕੇ ਕਹਿਣਗੇ ਨਹੀਂ ਅਸੀਂ ਇੱਥੇ ਹੀ ਰਹਿਣਾ ਵਾ। ਕਈਆਂ ਨੂੰ ਆਪਣੇ ਪਰਿਵਾਰਾਂ ਦਾ ਵੀ ਫਿਕਰ ਹੁੰਦਾ ਹੈ ਨਾ, ਉਹ ਫਿਰ ਸੇਵਾ ਸੰਭਾਲ ਕਿਵੇਂ ਕਰਨਗੇ? ਉਹ ਗੁਰਦੁਆਰਿਆਂ ਦਾ ਕੀ ਹੋਊਗਾ ਜਦੋਂ ਉਹ ਇੱਕ ਵਾਰੀ ਉੱਥੋਂ ਚਲੇ ਗਏ? ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਵਾ ਕਿ ਜਿਹੜੇ ਵੀ ਆਪਣੇ ਗੁਰਦੁਆਰੇ ਆ ਕਿਸੇ ਵੀ ਦੇਸ਼ ਦੇ ਵਿੱਚ ਹੋਣ, ਉਹਦਾ ਆਪਾਂ ਕੀ ਕਰ ਰਹੇ ਹਾਂ? ਕੀ ਆਪਾਂ ਸੇਵਾ ਸੰਭਾਲ ਕਰ ਰਹੇ ਹਾਂ? ਇਹ ਇਕੱਲੇ ਬਾਕੀ ਦੇਸ਼ਾਂ 'ਚ ਨਹੀਂ, ਇੰਡੀਆ ਦੇ ਵਿੱਚ ਵੀ ਹੈਗੇ ਆ। ਇਹ ਨਾਰਥ ਈਸਟਰਨ ਪਾਰਟ ਦੇ ਵਿੱਚ ਕੋਈ ਜਗ੍ਹਾ ਸੀਗੀ, ਉੱਥੇ ਜਿਹੜਾ ਸੀਗਾ ਉਹ ਗੁਰਦੁਆਰਾ ਜਿਹੜਾ ਸੀਗਾ ਉਹ ਬੰਦ ਕੀਤਾ ਗਿਆ ਸੀਗਾ, ਸਮਾਨ ਬਾਹਰ ਰੱਖ ਦਿੱਤਾ ਗਿਆ ਸੀ। ਗੁਰਦੁਆਰਾ ਗਿਆਨ ਗੋਦੜੀ ਦੀ ਗੱਲ ਕਰ ਲੈਂਦੇ ਹਾਂ, ਉਹਦਾ ਮੁੱਦਾ ਕਿੱਥੇ ਗਿਆ? ਉਹ ਗੁਰਦੁਆਰਾ ਨਹੀਂ ਰਿਹਾ ਹੁਣ। ਸੋ ਸਾਰੇ ਗੁਰਦੁਆਰਿਆਂ ਦੀ ਆਪਾਂ ਨੂੰ ਸੇਵਾ ਸੰਭਾਲ ਕਰਨੀ ਚਾਹੀਦੀ ਆ। ਐਂ ਨਹੀਂ ਕਿ ਆਪਾਂ ਜਿਹੜੇ ਕਹਿੰਦੇ ਹਾਂ ਕਿ ਵੱਡੇ ਧਾਰਮਿਕ ਸਥਾਨ ਹੋ ਗਏ ਹੈ ਨਾ ਆਪਣੇ, ਜਿਵੇਂ ਅੰਮ੍ਰਿਤਸਰ ਸਾਹਿਬ ਹੋ ਗਿਆ, ਹਜ਼ੂਰ ਸਾਹਿਬ ਹੋ ਗਿਆ, ਪਟਨਾ ਸਾਹਿਬ ਹੋ ਗਿਆ, ਅਨੰਦਪੁਰ ਸਾਹਿਬ ਹੋ ਗਿਆ, ਦਮਦਮਾ ਸਾਹਿਬ ਹੋ ਗਿਆ, 5 ਤਖ਼ਤ ਆ ਜਿੱਥੇ, ਜਾਂ ਜਿੰਨੇ ਹੋਰ ਵੱਡੇ ਇਤਿਹਾਸਕ ਸਥਾਨ ਆ, ਆਪਾਂ ਇਕੱਲਾ ਉਹਨਾਂ 'ਤੇ ਫੋਕਸ ਨਹੀਂ ਕਰਨਾ। ਆਪਾਂ ਨੂੰ ਤਾਂ ਚਾਹੀਦਾ ਇਹ ਸੀਗਾ ਯਾਰ ਕਿ ਜਿੱਥੇ ਕਿਤੇ ਵੀ ਗੁਰੂ ਸਾਹਿਬ ਦੀ ਕੋਈ ਨਿਸ਼ਾਨੀ ਹੈ ਨਾ, ਕੋਈ ਛੋਟੀ ਜਿਹੀ ਘਟਨਾ ਵੀ ਹੋਈ ਆ ਉੱਥੇ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਜਾਂ ਸਿੱਖਾਂ ਦੇ ਨਾਲ ਸੰਬੰਧਿਤ, ਆਪਾਂ ਉੱਥੇ ਜਾ ਕੇ ਗੁਰਦੁਆਰੇ ਉਸਾਰੀਏ ਅਤੇ ਉੱਥੇ ਯਾਦਗਾਰਾਂ ਬਣਾਈਏ। ਆਪਣੇ ਜਦੋਂ ਜਿਹੜੀਆਂ ਯਾਦਗਾਰਾਂ ਬਣੀਆਂ ਹੋਈਆਂ ਵਾ ਆਪਣੇ ਤੋਂ ਤਾਂ ਉਹੀ ਨਹੀਂ ਸੰਭਲਦੀਆਂ, ਆਪਾਂ ਹੋਰ ਕੀ ਯਾਦਗਾਰਾਂ ਬਣਾਵਾਂਗੇ? ਇਹਦੇ ਬਾਰੇ ਆਪਾਂ ਨੂੰ ਸੋਚਣਾ ਚਾਹੀਦਾ। ਖਾਸ ਕਰ ਅਫ਼ਗਾਨਿਸਤਾਨ 'ਚ ਤਾਂ ਸ਼ਾਇਦ ਸਿੱਖ ਇੰਨੇ ਜ਼ਿਆਦਾ ਨਹੀਂ ਹੋਣਗੇ, ਪਾਕਿਸਤਾਨ 'ਚ ਤਾਂ ਕਾਫੀ ਹੱਦ ਤੱਕ ਸਿੱਖ ਹੈਗੇ ਆ ਨਾ। ਜੇ ਮੰਨ ਲਓ 200 ਦੇ ਕਰੀਬ ਵੀ ਸਥਾਨ ਪਾਕਿਸਤਾਨ ਦੇ ਵਿੱਚ ਇਹੋ ਜਿਹੇ ਹੈਗੇ ਆ ਜਿਹੜੇ ਖਰਾਬ ਹੋ ਰਹੇ ਆ, ਘੱਟੋ ਘੱਟ 200 ਫੈਮਲੀਜ਼ ਤਾਂ ਉੱਥੇ ਹੋਣਗੀਆਂ ਜਿਹੜੇ ਕਹਿਣਗੀਆਂ ਕਿ ਭਾਈ ਅਸੀਂ ਇਹਦੀ ਸੇਵਾ ਸੰਭਾਲ ਕਰ ਲਾਂਗੇ। ਇਹਨਾਂ ਲਈ ਅੱਗੇ ਤਾਂ ਆਉਣਾ ਚਾਹੀਦਾ ਨਾ ਉਹਨਾਂ ਨੂੰ ਕਿ ਭਾਈ ਅਸੀਂ ਜਿਹੜੀ ਸੇਵਾ ਸੰਭਾਲ ਅਸੀਂ ਕਰ ਲਾਂਗੇ। ਸ਼੍ਰੋਮਣੀ ਕਮੇਟੀ ਜਾਂ ਪਾਕਿਸਤਾਨ ਸਰਕਾਰ ਪੈਸਾ ਦੇਵੇ, ਰੈਨੋਵੇਟ ਕਰਨ ਉਸ ਜਗ੍ਹਾ ਨੂੰ, ਉੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਨ। ਮੰਨ ਲਓ ਕਿ ਉਹ ਆਪਣਾ ਕੋਈ ਹੋਰ ਕੰਮ ਕਰਦੇ ਪਏ ਆ, ਉਹ ਕੰਮ ਵੀ ਕਰੀ ਜਾਣ, ਨਾਲ ਦੀ ਨਾਲ ਸੇਵਾ ਸੰਭਾਲ ਵੀ ਕਰੀ ਜਾਣ। ਆਪਾਂ ਚੱਲ ਕਹਿੰਦੇ ਹਾਂ ਕਿ ਸਾਡੇ ਕੋਲ ਭਾਈ ਕੋਈ ਕੰਮ ਹੈਗਾ, ਖੇਤੀਬਾੜੀ ਦਾ ਕੰਮ ਆ, ਜਾਂ ਤੁਸੀਂ ਕਿਤੇ ਅਫਸਰ ਲੱਗੇ ਹੋਏ ਆ, ਉੱਥੋਂ ਤੁਹਾਨੂੰ ਪੈਸਾ ਆਈ ਜਾਂਦਾ, ਤੁਸੀਂ ਜ਼ਿੰਦਗੀ ਜਿਹੜੀ ਆ ਆਪਣੀ ਵਧੀਆ ਜਿਉਣੇ ਪਏ ਆ। ਉਹਨੂੰ ਛੱਡ ਕੇ ਘੱਟੋ ਘੱਟ ਧਰਮ ਦੇ ਲਈ ਆਪਾਂ ਇੰਨਾ ਤਾਂ ਕਰ ਸਕਦੇ ਹਾਂ ਕਿ ਭਾਈ ਸੇਵਾ ਸੰਭਾਲ ਕਰੀਏ ਉਸ ਸਥਾਨ ਦੀ। ਸਾਨੂੰ ਪੈਸਾ ਨਹੀਂ ਚਾਹੀਦਾ, ਪੈਸਾ ਜਿਹੜਾ ਬਸ ਉਹ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਆ, ਤੁਸੀਂ ਉਹ ਬਿਲਡਿੰਗ ਗੁਰਦੁਆਰਾ ਸਾਹਿਬਾਨ ਦੀ ਵਧੀਆ ਬਣਾ ਦਿਓ। ਸੇਵਾ ਸੰਭਾਲ ਅਸੀਂ ਕਰ ਲਾਂਗੇ, ਅਸੀਂ ਝਾੜੂ ਲਗਾ ਦਿਆ ਕਰਾਂਗੇ, ਅਸੀਂ ਪ੍ਰਕਾਸ਼ ਕਰ ਦਿਆ ਕਰਾਂਗੇ ਗੁਰੂ ਮਹਾਰਾਜ ਦਾ। ਇਹ ਚੀਜ਼ਾਂ ਤਾਂ ਆਪਾਂ ਕਰ ਸਕਦੇ ਹਾਂ ਨਾ। ਮਤਲਬ ਯਾਰ ਆਪਾਂ ਸਿੱਖੀ ਤੋਂ ਇੰਨੇ ਵੀ ਬੇਮੁਖ ਨਾ ਹੋਈਏ ਕਿ ਆਪਾਂ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਾ ਦਈਏ। ਮੈਂ ਇਹ ਨਹੀਂ ਕਹਿੰਦਾ ਕਿ ਜਿਹੜੇ ਸਿੱਖ ਆ ਉਹ ਜਿਹੜੇ ਮੰਨ ਲਓ ਕਿ ਹੁਣ ਉਹ ਕਿਤੇ ਮੁਲਤਾਨ ਜਾਂ ਲਾਹੌਰ ਦੇ ਵਿੱਚ ਰਹਿੰਦੇ ਪਏ ਆ, ਉਹ ਆਪਣੀ ਜਗ੍ਹਾਵਾਂ ਛੱਡ ਕੇ ਉੱਥੇ ਜਾਣ, ਮੈਂ ਇਹ ਨਹੀਂ ਕਹਿੰਦਾ, ਕਿਉਂਕਿ ਇਹ ਚੀਜ਼ਾਂ ਔਖੀਆਂ ਹੁੰਦੀਆਂ। ਪਰ ਜਿੱਥੇ ਗੁਰਦੁਆਰੇ ਹੈਗੇ ਆ ਅਤੇ ਉੱਥੇ ਹੀ ਲੋਕ ਉਸੇ ਸ਼ਹਿਰ ਜਾਂ ਉਸੇ ਪਿੰਡ ਦੇ ਵਿੱਚ ਰਹਿੰਦੇ ਪਏ ਆ ਸਿੱਖ, ਉਹ ਤਾਂ ਘੱਟੋ ਘੱਟ ਇਹ ਚੀਜ਼ ਕਰ ਸਕਦੇ ਆ ਨਾ। ਇਨੀਸ਼ੀਏਟ ਤਾਂ ਆਪਾਂ ਕੁਛ ਕਰੀਏ, ਬਾਅਦ 'ਚੋਂ ਦੇਖੀ ਜਾਊਗਾ ਕਿ ਹਾਂ ਜਿੱਥੇ ਸਿੱਖ ਨਹੀਂ ਰਹਿੰਦੇ ਉਹਨਾਂ ਸਥਾਨਾਂ ਦਾ ਕੀ ਕਰਨਾ। ਜਿੱਥੇ ਰਹਿੰਦੇ ਆਪਾਂ ਉਹ ਤਾਂ ਸੰਭਾਲ ਲਈਏ ਪਹਿਲਾਂ। ਮੈਂ ਅਖੀਰ 'ਤੇ ਫੇਰ ਕਹੂੰਗਾ ਜੀ ਇਹਨਾਂ ਵੱਲ ਆਪਾਂ ਨੂੰ ਧਿਆਨ ਦੇਣਾ ਚਾਹੀਦਾ। ਜਿੰਨੇ ਵੀ ਇਤਿਹਾਸਕ ਸਥਾਨ ਆ ਆਪਣੇ, ਚਾਹੇ ਗੁਰੂ ਸਾਹਿਬਾਨਾਂ ਨਾਲ ਸੰਬੰਧਿਤ ਆ, ਚਾਹੇ ਉਹ ਸਿੰਘ ਸ਼ਹੀਦਾਂ ਨਾਲ ਸੰਬੰਧਿਤ ਆ, ਸਾਰੀਆਂ ਜਗ੍ਹਾਵਾਂ ਦਾ ਆਪਾਂ ਨੂੰ ਜਿਹੜਾ ਵਾ ਉਹ ਧਿਆਨ ਰੱਖਣਾ ਚਾਹੀਦਾ ਵਾ। ਆਪਣੀਆਂ ਇਹ ਯਾਦਗਾਰਾਂ ਵਾ, ਜਿਵੇਂ ਕਹਿੰਦੇ ਸੀ ਨਾ ਕਿ ਅੰਮ੍ਰਿਤਸਰ ਸਾਹਿਬਾਨ ਦੇ ਵਿੱਚ ਬਹੁਤ ਸਾਰੇ ਬੁੰਗੇ ਹੁੰਦੇ ਸੀਗੇ, ਉਹ ਕਿੱਥੇ ਰਹਿ ਗਏ ਬੁੰਗੇ ਉਹ ਯਾਰ ਹੁਣ? ਕਿਤਾਬਾਂ ਦੇ ਵਿੱਚ ਹੀ ਰਹਿ ਗਏ। ਐਂ ਨਾ ਹੋਵੇ ਕਿ ਜਿਹੜੇ ਆਪਣੇ ਗੁਰਸਥਾਨ ਬਾਕੀ ਹੋਰ ਦੇਸ਼ਾਂ ਦੇ ਵਿੱਚ ਆ ਨਾ ਭਾਰਤ ਨੂੰ ਛੱਡ ਕੇ, ਉਹਨਾਂ ਦਾ ਵੀ ਉਹੀ ਹਾਲ ਹੋ ਜਾਵੇ ਕਿ ਹਾਂ ਭਾਈ ਇੱਥੇ ਪਹਿਲਾਂ ਗੁਰਦੁਆਰਾ ਸਾਹਿਬਾਨ ਹੁੰਦਾ ਸੀ। ਵੀ ਥੋੜ੍ਹਾ ਜਿਹਾ ਤਾਂ ਆਪਾਂ ਯਾਰ ਸਿੱਖੀ ਦੇ ਨਾਲ ਅਟੈਚ ਹੋਈਏ ਅਤੇ ਦੇਖੀਏ ਕਿ ਭਾਈ ਹਾਂ ਇਹ ਚੀਜ਼ਾਂ ਜਿਹੜੀਆਂ ਵਾ ਇਹ ਗਲਤ ਹੋ ਰਹੀਆਂ ਵਾ ਜਾਂ ਠੀਕ ਨਹੀਂ ਹੋ ਰਹੀਆਂ। ਇਹਨੂੰ ਆਪਾਂ ਇੱਕ ਬੈਟਰ ਵੇ ਦੇ ਨਾਲ ਆਪਾਂ ਕਰ ਸਕਦੇ ਹਾਂ ਕੁਛ ਇਹਦੇ ਵਿੱਚ। ਇਹ ਮੇਰੀ ਬੇਨਤੀ ਆ ਜੀ SGPC ਨੂੰ, ਜਾਂ ਜਿੰਨੇ ਵੀ ਹੋਰ ਗੁਰਸਿੱਖ ਹੋਣਗੇ ਜਿਹੜੇ ਇੱਕ ਖਾਸ ਇਤਿਹਾਸਕ ਸਥਾਨ ਦੇ ਕੋਲ ਰਹਿ ਰਹੇ ਹੋਣਗੇ, ਵੀ ਉਹਨਾਂ ਦਾ ਫਰਜ਼ ਬਣਦਾ ਵਾ ਉਹਨਾਂ ਨੂੰ ਉਤਸ਼ਾਹਿਤ ਵੀ ਕਰੀਏ। ਕੀ ਪਤਾ ਉਹ ਡਰ ਭੈ ਦੇ ਕਾਰਨ ਨਾ ਕੁਛ ਕਰਦੇ ਹੋਣ, ਉੱਥੇ ਮੁਸਲਮਾਨ ਇੰਨੇ ਜ਼ਿਆਦਾ, ਕੀ ਪਤਾ ਇਹ ਕਾਰਨ ਹੋਵੇ, ਆਪਾਂ ਨੂੰ ਨਹੀਂ ਪਤਾ ਹੈ ਨਾ, ਕਿਉਂਕਿ ਪਾਕਿਸਤਾਨ 'ਚ ਨਹੀਂ ਰਹਿੰਦੇ ਆਪਾਂ। ਜਿਹੜੀ ਗਰਾਊਂਡ ਰਿਐਲਿਟੀ ਆ ਘੱਟੋ ਘੱਟ ਉਹ ਤਾਂ ਪਤਾ ਹੋਵੇ ਨਾ ਕਿ ਉੱਥੇ ਹੋ ਕੀ ਰਿਹਾ ਵਾ, ਕੀ ਕਾਰਨ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਵੱਲ ਆਪਾਂ ਥੋੜ੍ਹਾ ਜਿਹਾ ਧਿਆਨ ਦਈਏ।
ਕਿ ਆਪਣੇ ਜਿਹੜੇ ਇਤਿਹਾਸਕ ਸਥਾਨ ਆ ਆਪਾਂ ਉਹ ਸਾਂਭੀਏ। ਤੀਜੇ 'ਤੇ ਜੀ ਆਪਾਂ ਗੱਲ ਕਰਨੀ ਹੈ ਭਾਈ ਜਸਵੰਤ ਸਿੰਘ ਖਾਲੜਾ ਹੋਣਾ ਬਾਰੇ। ਕੈਨੇਡਾ ਦੇ ਵਿੱਚ 3 ਸਿਟੀਆਂ ਇਹੋ ਜਿਹੀਆਂ ਜੀ ਜਿਨ੍ਹਾਂ ਨੇ ਇਹ ਕਿਹਾ ਵਾ ਕਿ ਅਸੀਂ 6 ਸਤੰਬਰ ਨੂੰ ਜਸਵੰਤ ਸਿੰਘ ਖਾਲੜਾ ਡੇ ਮਨਾਉਣਾ ਵਾ। ਕਿਉਂਕਿ 6 ਸਤੰਬਰ ਨੂੰ ਜਦੋਂ ਆਪਾਂ ਇਹ ਰਿਕਾਰਡ ਕਰ ਰਹੇ ਹਾਂ, ਓਦਣ ਡੈਥ ਐਨਵਰਸਰੀ ਆ ਭਾਈ ਜਸਵੰਤ ਸਿੰਘ ਖਾਲੜਾ ਹੋਣਾ ਦੀ। ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਵੀ ਇਹ ਗੱਲ ਕਹੀ ਆ। ਉਹਨਾਂ ਦੀ ਵੀ ਇੱਕ ਵੀਡੀਓ ਜਾਰੀ ਹੋਈ ਸੀਗੀ, ਉਹ ਵੀ ਤੁਸੀਂ ਸੁਣ ਸਕਦੇ ਆ। ਸੋ ਇਹ 3 ਸਿਟੀਆਂ ਨੇ ਜਿਹੜਾ ਵਾ ਇਹ ਕਿਹਾ ਵਾ ਕਿ ਅਸੀਂ ਜਸਵੰਤ ਸਿੰਘ ਖਾਲੜਾ ਡੇ ਮਨਾਇਆ ਕਰਾਂਗੇ। ਇਹਦੇ ਨਾਲ ਹੀ ਇੱਕ ਚੀਜ਼ ਹੋਰ ਹੋਣੀ ਚਾਹੀਦੀ ਆ ਜੀ, ਚਾਹੇ ਉਹ ਪੰਜਾਬ ਦੇ ਵਿੱਚ ਬੈਠੇ ਸਿੱਖ ਹੋਣ, ਚਾਹੇ ਉਹ ਕੈਨੇਡਾ, ਅਮਰੀਕਾ ਜਾਂ ਫਿਰ ਇੰਗਲੈਂਡ ਦੇ ਵਿੱਚ ਬੈਠੇ ਸਿੱਖ ਹੋਣ। ਉਹਨਾਂ ਨੂੰ ਇਹ ਜ਼ਰੂਰ ਕਰਨਾ ਚਾਹੀਦਾ ਵਾ ਕਿ ਉਹ ਜਸਵੰਤ ਸਿੰਘ ਖਾਲੜਾ ਹੋਣਾ ਦੀਆਂ ਜਿਹੜੀਆਂ ਫਾਈਂਡਿੰਗ ਸੀਗੀਆਂ, ਉਹਨਾਂ ਬਾਰੇ ਉਹ ਜ਼ਿਕਰ ਕਰਨ ਕਿ ਇੰਨੇ ਜਿਹੜੇ ਲੋਕ ਸੀਗੇ ਉਹ ਮਾਰ ਦਿੱਤੇ ਗਏ ਸੀ, ਜਾਂ ਫਿਰ ਭਾਰਤ ਸਰਕਾਰ ਨੂੰ ਕਹਿਣ। ਪੰਜਾਬ ਦੇ ਵਿੱਚ ਦੇਖੋ ਹੁਣ ਕਿਹਦੀ ਉਹ ਕਾਂਗਰਸ ਦੀ ਸਰਕਾਰ ਆ ਨਾ, ਅਮਰਿੰਦਰ ਬੈਠਾ ਨਾ, ਉਹ ਇਹ ਮੁੱਦਾ ਲੈ ਕੇ ਆਵੇ ਨਾ। ਕਾਲੀਆਂ ਨੇ ਤਾਂ ਚੱਲ ਨਹੀਂ ਲੈ ਕੇ ਆਂਦਾ, ਕੈਪਟਨ ਚੱਕੇ ਨਾ ਇਹ ਮੁੱਦਾ ਕਿ ਦੇਖੋ ਜੀ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੇ ਮਾਰਤਾ ਸੀ ਜਸਵੰਤ ਸਿੰਘ ਖਾਲੜਾ ਨੂੰ। ਉਹਨਾਂ ਨੇ ਇੰਨੀਆਂ ਦੇਖੋ ਲਾਸ਼ਾਂ ਦਾ ਜ਼ਿਕਰ ਕੀਤਾ ਵਾ, ਇੰਨੇ ਜਿਹੜੇ ਸੀਗੇ ਲੋਕ ਜਿਹੜੇ ਮਾਰੇ ਗਏ ਆ ਉਹਨਾਂ ਦਾ ਜ਼ਿਕਰ ਕੀਤਾ, ਅਤੇ ਇਹਦੀ ਜਾਂਚ ਹੋਣੀ ਚਾਹੀਦੀ ਆ। ਪਰ ਚੁੱਪ-ਚਾਪ ਬੈਠੇ ਆ ਜੀ ਆਪਾਂ, ਆਪਣਾ ਨਾਂ ਨਾ ਆ ਜੇ, ਆਪਣੇ ਮੰਤਰੀ ਨਾ ਫਸ ਜਾਣ, ਆਪਣੇ ਜਿਹੜੇ ਵੱਡੇ ਅਫਸਰ ਆ ਉਹ ਨਾ ਫਸ ਜਾਣ। ਇਹਨਾਂ ਕਾਰਨਾਂ ਕਰਕੇ ਬਸ ਆਪਾਂ ਚੁੱਪ ਬਹਿ ਜਾਂਦੇ, ਚਾਹੇ ਉਹ ਅਕਾਲੀਆਂ ਦੀ ਸਰਕਾਰ ਹੋਵੇ, ਚਾਹੇ ਕਾਂਗਰਸ ਦੀ ਹੋਵੇ। ਕੱਲ੍ਹ ਨੂੰ ਬਾਏ ਚਾਂਸ ਜੇ ਆਪ ਦੀ ਸਰਕਾਰ ਵੀ ਬਣ ਗਈ, ਉਹਨਾਂ ਨੇ ਵੀ ਇਹੀ ਕਰਨਾ। ਇਹ ਜਿਹੜੇ ਮੁੱਦੇ ਆ ਨਾ ਪੰਜਾਬ ਦੇ ਮੁੱਦੇ, ਖਾਸ ਕਰ ਮੈਂ ਕਹੂੰਗਾ ਕਿ ਸਿੱਖਾਂ ਦੇ ਮੁੱਦੇ, ਪਾਣੀਆਂ ਦਾ ਮੁੱਦਾ ਹੋ ਗਿਆ, ਝੂਠੇ ਪੁਲਿਸ ਮੁਕਾਬਲਿਆਂ ਦਾ ਮੁੱਦਾ ਹੋ ਗਿਆ, ਇਹਨੂੰ ਉਛਾਲਣ ਲਈ, ਇਹਦੇ ਬਾਰੇ ਗੱਲ ਕਰਨ ਲਈ, ਇਹਦੀ ਜਾਂਚ ਕਰਾਉਣ ਲਈ ਕਿਸੇ ਕੋਲ ਤਾਕਤ ਨਹੀਂ ਹੈਗੀ, ਨਾ ਹੀ ਉਹਨਾਂ ਨੇ ਇਹ ਕਰਨੀ ਆ। ਇਹ ਤਾਂ ਜਦੋਂ ਸੰਘਰਸ਼ ਸ਼ੁਰੂ ਹੁੰਦੇ ਆ ਨਾ, ਮੰਨ ਲਓ ਕਿ ਪ੍ਰੋਟੈਸਟ ਸ਼ੁਰੂ ਹੋ ਗਏ ਕਿ ਨਹੀਂ ਅਸੀਂ ਹੁਣ ਪਾਣੀ ਨਹੀਂ ਬਾਹਰ ਦੇਣ ਜਾਣਾ, ਉਦੋਂ ਹੀ ਗੱਲ ਬਣਦੀ ਆ। ਸਰਕਾਰਾਂ ਨਹੀਂ ਕੁਛ ਕਰ ਸਕਦੀਆਂ ਇਹਦੇ ਵਿੱਚ। ਸਰਕਾਰਾਂ ਵੱਧ ਤੋਂ ਵੱਧ ਦੇਖੋ, ਕੱਲ੍ਹ ਨੂੰ ਜੇ ਸੁਪਰੀਮ ਕੋਰਟ ਕਹਿ ਦਿੰਦੀ ਆ ਜਾਂ ਫੌਜ ਆ ਜਾਂਦੀ ਹੈ ਕਿ ਨਹੀਂ ਭਾਈ ਅਸੀਂ ਤਾਂ ਨਹਿਰ ਪੱਟਣੀ ਆ ਜਾਂ ਫਿਰ ਪਾਣੀ ਇੱਥੋਂ ਲੰਘਾਉਣਾ ਵਾ, ਕੀ ਕਰ ਲੂਗਾ ਅਮਰਿੰਦਰ, ਕੀ ਕਰ ਲੂਗਾ ਬਾਦਲ, ਕੀ ਕਰ ਲੂਗਾ ਕੇਜਰੀਵਾਲ। ਸੋ ਇਸ ਕਰਕੇ ਜਿਹੜੇ ਆਮ ਲੋਕ ਹੁੰਦੇ ਆ ਨਾ, ਉਹਨਾਂ ਨੂੰ ਜ਼ਰੂਰ ਇਹਨਾਂ ਬਾਰੇ ਸੋਚਣਾ ਚਾਹੀਦਾ, ਕਿਉਂਕਿ ਸਰਕਾਰਾਂ ਉਹੀ ਕਰਦੀਆਂ ਵਾ ਜਿਹੜੀਆਂ ਉਹਨਾਂ ਨੂੰ ਗੱਲ ਲੱਗਦੀ ਹੈ ਕਿ ਹਾਂ ਭਾਈ ਸਾਨੂੰ ਇਹਦੇ ਨਾਲ ਵੋਟਾਂ ਮਿਲ ਜਾਣਗੀਆਂ, ਜਾਂ ਸਾਡੀ ਸਰਕਾਰ ਜਿਹੜੀ ਉਹ ਨਾ ਡਿੱਗੇ, ਅਸੀਂ ਉਹ ਕੰਮ ਕਰਨੇ ਆ। ਜਿਹੜੇ ਪਾਣੀਆਂ ਦੇ ਮੁੱਦੇ ਆ, ਝੂਠੇ ਪੁਲਿਸ ਮੁਕਾਬਲਿਆਂ ਦੇ ਮੁੱਦੇ ਆ, ਇਹ ਸਾਰੇ ਸਿੱਖਾਂ ਨੂੰ ਉਠਾਉਣੇ ਚਾਹੀਦੇ ਆ, ਚਾਹੇ ਉਹ ਕਿਸੇ ਵੀ ਦੇਸ਼ ਦੇ ਵਿੱਚ ਰਹਿ ਰਿਹਾ ਹੋਵੇ, ਚਾਹੇ ਯੂਕੇ ਦੇ ਵਿੱਚ ਹੋਵੋ ਤੁਸੀਂ, ਕੈਨੇਡਾ ਦੇ ਵਿੱਚ ਹੋਵੋ, ਅਮੈਰੀਕਾ ਦੇ ਵਿੱਚ ਹੋਵੋ, ਕਿਤੇ ਵੀ ਹੋਵੋ। ਇਹ ਮੁੱਦੇ ਜਿਹੜੇ ਆ ਇਹ ਤੁਹਾਨੂੰ ਚੁੱਕਣੇ ਚਾਹੀਦੇ ਆ। ਅੱਗੇ ਚੱਲਦੇ ਹਾਂ ਜੀ ਗੋਇੰਦਵਾਲ ਬਾਰੇ। ਜਿਹੜੇ ਅੰਤਿਮ ਸੰਸਕਾਰ ਲਈ ਸਰੂਪ ਲੈ ਕੇ ਜਾਣੇ ਹੁੰਦੇ ਆ ਗੋਇੰਦਵਾਲ ਸਾਹਿਬ ਦੇ ਵਿੱਚ, ਉਹਦੇ ਬਾਰੇ ਇਹ ਖਬਰ ਆਈ ਆ ਜੀ, ਕਹਿੰਦੇ ਕਿ ਜਿਹੜੇ 2016 ਦੇ ਵਿੱਚ ਸਰੂਪ ਅਗਨ ਭੇਟ ਹੋਏ ਸੀਗੇ ਨਾ, ਜਿਹੜੀ ਇਕੱਤਰਤਾ ਹੋਈ ਸੀ ਪੰਜ ਸਿੰਘ ਸਾਹਿਬਾਨਾਂ ਦੀ, ਉਹਦੇ ਵਿੱਚ ਜਿਹੜੇ ਫੈਸਲੇ ਲਏ ਗਏ ਸੀਗੇ, ਉਹਦੇ ਵਿੱਚ ਵੀ ਇਹਦਾ ਜ਼ਿਕਰ ਆਇਆ ਸੀ। ਪਰ ਇਹ ਗੱਲ ਨਵੀਂ ਆਈ ਆ, ਕਹਿੰਦੇ ਕਿ ਜਿਹੜੇ ਅਗਨ ਭੇਟ ਹੋਏ ਸੀ ਸਰੂਪ, ਉਹ ਗੋਇੰਦਵਾਲ ਸਾਹਿਬ ਲੈ ਕੇ ਗਏ, ਉੱਥੇ ਸੰਸਕਾਰ ਕੀਤਾ ਗਿਆ ਅਤੇ ਐਂਟਰੀ ਨਹੀਂ ਕੀਤੀ ਗਈ। ਇਹਦੇ ਵਿੱਚ ਤਾਂ ਥੋੜ੍ਹੀ ਜਿਹੀ ਉਹਨਾਂ ਨੂੰ ਰੱਖਣੀ ਚਾਹੀਦੀ ਆ ਕਿ ਯਾਰ ਆਪਾਂ ਚੱਲ ਸੰਸਕਾਰ ਕਰਨ ਜਾ ਰਹੇ ਹਾਂ ਸਰੂਪਾਂ ਦਾ, ਉੱਥੇ ਜਾ ਕੇ ਆਪਾਂ ਐਂਟਰੀ ਕਰ ਦਈਏ। ਪਹਿਲਾਂ ਤਾਂ ਚਲੋ ਇਹ ਕਿਹਾ ਜਾਂਦਾ ਸੀ ਨਾ ਕਿ ਜਿਹੜੇ ਸਰੂਪ ਆ ਉਹਨਾਂ ਨੇ ਪੈਸਿਆਂ ਖਾਤਰ ਇਹ ਕਰ ਲਿਆ ਕਿ ਪੈਸੇ ਆਪਣੇ ਕੋਲ ਰੱਖ ਲਏ ਅਤੇ ਸਰੂਪ ਦੇ ਤੇ। ਜਿਹੜੇ ਉਹ ਸਰੂਪਾਂ ਦਾ ਜ਼ਿਕਰ ਆਉਂਦਾ ਕਿ 267 ਪਹਿਲਾਂ ਕਹੀ ਜਾਂਦੇ ਸੀ ਜਿਹੜੇ ਸਰੂਪ, ਪਤਾ ਨਹੀਂ ਕਿੱਥੇ ਆ, ਹੈ ਨਾ, ਉਹਨਾਂ ਦਾ ਆਪਾਂ ਨੂੰ ਪਤਾ ਨਹੀਂ ਕਿ ਕਿੱਥੇ ਗਏ। ਉਹ ਚਲੋ ਆਪਾਂ ਮੰਨ ਸਕਦੇ ਹਾਂ ਕਿਸੇ ਹੱਦ ਤੱਕ ਕਿ ਬੰਦਿਆਂ ਨੇ ਪੈਸੇ ਕਰਕੇ ਹੀ ਕੀਤਾ, ਪਰ ਇਹ ਗੋਇੰਦਵਾਲ ਵਾਲਾ ਜਿਹੜਾ ਯਾਰ, ਇਹ ਪੈਸੇ ਕਰਕੇ ਕਿਵੇਂ ਹੋ ਸਕਦੀ ਹੈ ਕੋਈ ਚੀਜ਼? ਇਹਦਾ ਕਾਰਨ ਕੀ ਹੋ ਸਕਦਾ? ਜਾਂ ਤਾਂ ਇਹ ਹੋਵੇ ਕਿ ਭਾਈ ਜਿਹੜੇ ਸਰੂਪ ਆ, ਜਿੰਨੇ ਤੁਸੀਂ ਕਹਿ ਰਹੇ ਆ ਸਰੂਪ ਜਿਹੜੇ ਸੀਗੇ ਉਹ ਅਗਨ ਭੇਟ ਹੋਏ ਆ, ਉਸ ਤੋਂ ਜ਼ਿਆਦਾ ਸਰੂਪ ਹੋਣਗੇ। ਇਹੀ ਕਾਰਨ ਹੋ ਸਕਦਾ ਨਾ, ਹੋਰ ਤਾਂ ਕੋਈ ਕਾਰਨ ਲੱਭਦਾ ਨਹੀਂ ਪਿਆ ਕਿ ਤੁਸੀਂ ਬਿਨਾਂ ਐਂਟਰੀ ਕੀਤੇ ਸਰੂਪ ਜਿਹੜੇ ਆ ਉਹ ਅਗਨ ਭੇਟ ਕਰ ਦਿਓ। ਇਹੀ ਕਾਰਨ ਹੋ ਸਕਦਾ ਵਾ ਕਿ ਜਿਹੜੇ ਸਰੂਪ ਆ ਉਹ ਜ਼ਿਆਦਾ ਸੀਗੇ, ਤੁਸੀਂ ਘੱਟ ਦੱਸੇ। ਇਹਦੇ 'ਤੇ ਵੀ ਜਿਹੜਾ ਜੀ ਉਹ ਹੋਣਾ ਚਾਹੀਦਾ ਜਾਂਚ ਕਿ ਇਹ ਕੌਣ ਜ਼ਿੰਮੇਵਾਰ ਸੀਗੇ। ਇੱਕ ਨਾਮ ਵੀ ਆਉਂਦਾ ਇਹਦੇ ਵਿੱਚ, ਉਹ ਹੈਗਾ ਵਾ ਅਮਰਜੀਤ ਸਿੰਘ ਦਾ, ਅਤੇ ਉਹਨੂੰ ਕਸੂਰਵਾਰ ਮੰਨਦਿਆਂ ਉਹਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਸੀ। ਪਰ ਮੇਨ ਕੁਐਸਚਨ ਇੱਥੇ ਇਹ ਉੱਠਦਾ ਵਾ ਕਿ ਜਿਹੜਾ ਉਹ ਬੰਦਾ ਸੀਗਾ ਉਹਨੇ ਉਹ ਐਂਟਰੀ ਕਿਉਂ ਨਹੀਂ ਕੀਤੀ ਉਹਦੇ ਵਿੱਚ, ਕੀ ਕਾਰਨ ਸੀਗੇ? ਇਹਨਾਂ ਕਾਰਨਾਂ ਦਾ ਜ਼ਿਕਰ ਇਸ ਖਬਰ ਦੇ ਵਿੱਚ ਨਹੀਂ ਕੀਤਾ ਗਿਆ ਕਿਤੇ ਵੀ। ਸੋ 18 ਸਤੰਬਰ ਨੂੰ ਅਕਾਲ ਤਖ਼ਤ ਸਾਹਿਬ 'ਤੇ ਜਾਣਗੇ ਜਿਹੜੇ ਵੀ ਉਸ ਟਾਈਮ 'ਤੇ ਬੰਦੇ ਸੀਗੇ,
ਅਤੇ ਦੇਖਦੇ ਹਾਂ ਆਪਾਂ ਉੱਥੇ ਕੀ ਫੈਸਲਾ ਹੁੰਦਾ ਅਤੇ ਕੀ ਜਾਣਕਾਰੀ ਨਵੀਂ ਮਿਲਦੀ ਆ। ਜੰਮੂ ਕਸ਼ਮੀਰ ਦੇ ਵਿੱਚ ਫਿਰ ਜੀ ਪੰਜਾਬੀ ਭਾਸ਼ਾ ਦਾ ਇੱਕ ਪ੍ਰੋਟੈਸਟ ਚੱਲ ਰਿਹਾ ਵਾ ਕਿ ਜਿਹੜੀ ਸਰਕਾਰੀ ਭਾਸ਼ਾ ਵਾ ਉਹਦੇ ਵਿੱਚ ਪੰਜਾਬੀ ਨੂੰ ਬਾਹਰ ਕਰ ਦਿੱਤਾ ਗਿਆ ਵਾ, ਜਦ ਕਿ ਜਿਹੜੀਆਂ ਹੋਰ ਭਾਸ਼ਾਵਾਂ ਵਾ ਉਹ ਉੱਥੇ ਬੋਲੀਆਂ ਜਾ ਰਹੀਆਂ ਵਾ। ਸੋ ਇਹਦੇ ਬਾਰੇ ਆਪਾਂ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਵਾ। ਜਿਹੜੀ ਪੰਜਾਬੀ ਮਾਂ ਬੋਲੀ ਆਪਣੀ ਆ ਉਹ ਆਪਾਂ ਨੂੰ ਸੰਭਾਲਣੀ ਪੈਣੀ ਆ। ਹਾਲਾਂਕਿ ਇਹ ਸਾਰਿਆਂ ਦੀ ਬੋਲੀ ਆ ਪੰਜਾਬ 'ਚ ਰਹਿਣ ਵਾਲਿਆਂ ਦੀ, ਪਰ ਆਪਾਂ ਨੂੰ ਪਤਾ ਵਾ ਕਿ ਜਿਹੜੇ ਨਾਨ ਸਿੱਖ ਲੋਕ ਹੈਗੇ ਆ ਉਹ ਕਿੰਨਾ ਕੁ ਪਿਆਰ ਕਰਦੇ ਬੋਲੀ ਨੂੰ। ਜਦੋਂ ਪੰਜਾਬੀ ਸੂਬਾ ਬਣਦਾ ਪਿਆ ਸੀ ਉਦੋਂ ਕਿੰਨੇ ਕੁ ਲੋਕ ਨਾਲ ਖੜ੍ਹ ਗਏ ਸੀਗੇ ਪੰਜਾਬੀ ਬੋਲੀ ਨੂੰ ਆਪਣੀ ਮਾਂ ਬੋਲੀ ਕਹਿਣ ਦੇ ਲਈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਇਹ ਰਿਕਾਰਡਡ ਆਪਾਂ ਨੂੰ ਦੱਸਣ ਦੀ ਲੋੜ ਨਹੀਂ, ਪਰ ਆਪਣਾ ਜਿਹੜਾ ਵਾ ਉਹ ਫਰਜ਼ ਬਣਦਾ ਵਾ ਕਿ ਆਪਾਂ ਜਿਹੜਾ ਵਾ ਪੰਜਾਬੀ ਨੂੰ ਜਿਉਂਦੇ ਰੱਖੀਏ। ਆਪਣੇ ਘਰਾਂ ਦੇ ਵਿੱਚ ਆਪਾਂ ਬੱਚਿਆਂ ਨੂੰ ਪੰਜਾਬੀ ਜ਼ਰੂਰ ਪੜ੍ਹਾਈਏ। ਦੇਖੋ ਜਿਹੜੇ ਪੰਜਾਬ ਤੋਂ ਬਾਹਰ ਲੋਕ ਰਹਿਣ ਲੱਗ ਜਾਂਦੇ ਆ ਨਾ, ਉਹਨਾਂ ਦੀ ਸੈਕਿੰਡ ਜਾਂ ਥਰਡ ਜਨਰੇਸ਼ਨ ਤੱਕ ਪੰਜਾਬੀ ਲੋਕ ਬਿਲਕੁਲ ਹੀ ਭੁੱਲ ਜਾਂਦੇ ਆ। ਬੋਲ ਲੈਂਦੇ ਹੋਣਗੇ ਕਿਸੇ ਹੱਦ ਤੱਕ, ਪਰ ਲਿਖਣੀ ਜਾਂ ਪੜ੍ਹਨੀ ਉਹਨਾਂ ਨੂੰ ਬਿਲਕੁਲ ਵੀ ਨਹੀਂ ਆਉਂਦੀ। ਘੱਟੋ ਘੱਟ ਆਪਾਂ ਆਪਣੇ ਬੱਚਿਆਂ ਨੂੰ ਤਾਂ ਕਹੀਏ ਨਾ ਕਿ ਭਾਈ ਤੁਸੀਂ ਪੰਜਾਬੀ ਪੜ੍ਹੋ, ਪੰਜਾਬੀ ਉਹਨਾਂ ਨੂੰ ਅਸੀਂ ਪੜ੍ਹਾਈਏ। ਕਿਉਂਕਿ ਜੇ ਤੁਸੀਂ ਕਹਿੰਦੇ ਆ ਕਿ ਤੁਸੀਂ ਯੂਕੇ ਦੇ ਵਿੱਚ ਰਹਿੰਦੇ ਪਏ ਆ, ਯੂਕੇ ਦੇ ਵਿੱਚ ਹੁਣ ਕਹੋਗੇ ਕਿ ਭਾਈ ਜਿਹੜੇ ਸਕੂਲ ਆ ਉਹ ਸਾਰੇ ਪੰਜਾਬੀ ਪੜ੍ਹਾਉਣ, ਐਂ ਤਾਂ ਹੋ ਨਹੀਂ ਸਕਦਾ। ਸੋ ਜਦੋਂ ਆਪਾਂ ਘਰੇ ਹੁੰਦੇ ਆ ਉਦੋਂ ਆਪਾਂ ਊੜਾ ਐੜਾ ਈੜੀ ਆਪਣੇ ਬੱਚਿਆਂ ਨੂੰ ਸਿਖਾਈਏ, ਕਿਉਂਕਿ ਜੇ ਉਹ ਊੜਾ ਐੜਾ ਈੜੀ ਭੁੱਲ ਗਏ ਨਾ ਤਾਂ ਗੁਰਬਾਣੀ ਉਹਨਾਂ ਤੋਂ ਪੜ੍ਹੀ ਨਹੀਂ ਜਾਣੀ, ਅਤੇ ਜੇ ਗੁਰਬਾਣੀ ਨਹੀਂ ਪੜ੍ਹੀ ਗਈ ਸਿੱਖ ਕਾਹਦੇ ਰਹਿ ਗਏ ਆਪਾਂ ਫਿਰ। ਸੋ ਆਪਣੇ ਬੱਚਿਆਂ ਨੂੰ ਜਿਹੜਾ ਵਾ ਉਹ ਪੰਜਾਬੀ ਪੜ੍ਹਾਓ, ਪੰਜਾਬੀ ਲਾਜ਼ਮੀ ਕਰਾਓ, ਅਤੇ ਖਾਸ ਕਰ ਜਦੋਂ ਇਹੋ ਜਿਹੇ ਮੁੱਦੇ ਉੱਠਦੇ ਆ ਜੰਮੂ ਕਸ਼ਮੀਰ ਵਾਲੇ ਕਿ ਉੱਥੇ ਪੰਜਾਬੀ ਨੂੰ ਸਰਕਾਰੀ ਭਾਸ਼ਾ ਬਿੱਲ 'ਚੋਂ ਬਾਹਰ ਕੱਢਤਾ, ਤਾਂ ਆਪਾਂ ਨੂੰ ਇਹਦੇ ਬਾਰੇ ਆਵਾਜ਼ ਉਠਾਉਣੀ ਚਾਹੀਦੀ ਆ, ਉਹਨਾਂ ਲੋਕਾਂ ਨਾਲ ਖੜ੍ਹਨਾ ਚਾਹੀਦਾ। ਇੱਕ ਦਾ ਟ੍ਰਿਬਿਊਨ ਦੇ ਵਿੱਚ ਕਿਸੇ ਨੇ ਲਿਖਿਆ ਸੀ, ਕਹਿੰਦਾ ਕਿ ਮੈਂ ਉੱਥੇ ਗਿਆ ਅਤੇ ਉੱਥੇ ਲੋਕ ਜਿਹੜੇ ਸੀ ਉਹ ਪੰਜਾਬੀ ਬੋਲਦੇ ਪਏ ਸੀਗੇ। ਵੀ ਜਦੋਂ ਉੱਥੇ ਲੋਕ ਇੰਨੇ ਪੰਜਾਬੀ ਬੋਲਦੇ ਆ, ਦੇਖੋ ਡੋਗਰੀ ਜਿਹੜੀ ਭਾਸ਼ਾ ਨਾ ਉਹਨੂੰ ਪੰਜਾਬੀ ਦਾ ਹਿੱਸਾ ਮੰਨਦੇ ਕਈ ਲੋਕ ਕਿ ਇਹ ਪੰਜਾਬੀ ਦਾ ਹੀ ਡਾਇਲੈਕਟ ਆ। ਉਹਨੂੰ ਦੇਤਾ ਹਿੱਸਾ ਕਿ ਭਾਈ ਇਹ ਸਰਕਾਰੀ ਭਾਸ਼ਾ ਵਜੋਂ ਮਾਨਤਾ ਦਿੰਦੇ ਆ, ਪਰ ਪੰਜਾਬੀ ਨੂੰ ਨਹੀਂ ਦਿੱਤਾ। ਖੈਰ ਉਹ ਬੰਦਾ ਕਹਿੰਦਾ ਪਿਆ ਸੀ, ਕਹਿੰਦਾ ਉੱਥੇ ਇੰਨੇ ਪੰਜਾਬੀ ਬੋਲਦੇ ਆ ਲੋਕ, ਫਿਰ ਵੀ ਇਹਨੂੰ ਪੰਜਾਬੀ ਨੂੰ ਇਨਕਲੂਡ ਕਿਉਂ ਨਹੀਂ ਕੀਤਾ ਗਿਆ। ਦੇਖੋ ਕਿੰਨੀ ਹੈਰਾਨੀ ਦੀ ਗੱਲ ਆ ਕਿ ਜਿਹੜੇ ਲੋਕ ਪੰਜਾਬੀ ਬੋਲਦੇ ਪਏ ਆ ਇੰਨੇ ਜ਼ਿਆਦਾ ਲੋਕ ਉੱਥੇ, ਤੁਸੀਂ ਉਹਨਾਂ ਦੀ ਭਾਸ਼ਾ ਨੂੰ ਇਨਕਲੂਡ ਹੀ ਨਹੀਂ ਕੀਤਾ। ਹੁਣ ਜਿਸ ਹਿਸਾਬ ਨਾਲ ਵਰਤਾਰਾ ਚੱਲਦਾ ਪਿਆ ਨਾ, ਜਿਹੜੇ ਵੱਡੇ ਵੱਡੇ ਸ਼ਹਿਰ ਆ ਪੰਜਾਬ ਦੇ ਵਿੱਚ, ਲੁਧਿਆਣਾ ਹੋ ਗਿਆ ਜਾਂ ਹੋਰ, ਇੱਥੇ ਵੀ ਲੋਕਾਂ ਨੇ ਆਪਣੀ ਹਿੰਦੀ ਘਸੋੜਨੀ ਸ਼ੁਰੂ ਕਰਤੀ। ਵੀ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ, ਇੱਕ ਗੱਲ ਹੁੰਦੀ ਤੁਸੀਂ ਬਾਹਰੋਂ ਆਏ ਆ, ਮੰਨ ਲਓ ਤੁਸੀਂ ਮਹਾਰਾਸ਼ਟਰ ਤੋਂ ਆਏ ਆ ਜਾਂ ਗੁਜਰਾਤ ਤੋਂ ਆਏ ਆ, ਯੂਪੀ ਤੋਂ ਆਏ ਆ, ਤੁਹਾਨੂੰ ਪੰਜਾਬੀ ਨਹੀਂ ਆਉਂਦੀ, ਉਹ ਗੱਲ ਜਿਹੜੀ ਆ ਉਹ ਕਿਸੇ ਹੱਦ ਤੱਕ ਮੰਨਣਯੋਗ ਆ ਕਿ ਭਾਈ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ। ਪਰ ਪੰਜਾਬ ਦੇ ਵਿੱਚ ਇੰਨੇ ਸਾਲ ਰਹਿ ਕੇ, ਪੰਜਾਬੀ ਖਾਨਦਾਨਾਂ ਦੇ ਵਿੱਚ ਪੈਦਾ ਹੋ ਕੇ ਤੁਸੀਂ ਪੰਜਾਬੀ ਨੂੰ ਭੁੱਲਦੇ ਜਾ ਰਹੇ ਆ ਯਾਰ, ਤੁਸੀਂ ਹਿੰਦੀ ਚੂਜ਼ ਕਰਦੇ ਪਏ ਆ। ਤੁਹਾਡੇ ਤੋਂ ਵਧੀਆ ਤਾਂ ਉਹ ਜਿਹੜੇ ਕਹਿੰਦੇ ਹੁੰਦੇ ਆ ਕਿ ਜਿਹੜੇ ਯੂਪੀ ਜਾਂ ਬਿਹਾਰ ਤੋਂ ਆਉਂਦੇ ਆ ਕੰਮ ਕਰਨ ਲਈ, ਰੇਹੜੀਆਂ ਲਾਉਣ ਲਈ ਜਾਂ ਫਸਲਾਂ ਲਈ, ਉਹ ਪੰਜਾਬੀ ਬੋਲ ਲੈਂਦੇ ਆ ਕਿਸੇ ਹੱਦ ਤੱਕ, ਤੁਹਾਡੇ ਨਾਲ ਤਾਂ ਉਹ ਵਧੀਆ। ਲੋਕ ਕਹਿ ਦਿੰਦੇ ਆ ਪੰਜਾਬੀ ਜੀ ਗਵਾਰਾਂ ਦੀ ਭਾਸ਼ਾ, ਤੁਹਾਨੂੰ ਮੈਂ ਸਹੀ ਦੱਸਾਂ ਤਾਂ। ਅਤੇ ਜਿਹੜੇ ਪੰਜਾਬੀ ਆਪਣੀ ਮਾਂ ਬੋਲੀ 'ਤੇ ਮਾਣ ਕਰਦੇ ਆ, ਉਹ ਹਿੰਦੀ ਨੂੰ ਗਰੀਬਾਂ ਦੀ ਭਾਸ਼ਾ ਕਹਿ ਦਿੰਦੇ ਆ ਕਿ ਤੁਸੀਂ ਇੱਕ ਹੀ ਵਰਡ ਯੂਜ਼ ਕਰੀ ਜਾਂਦੇ ਆ ਹਰੇਕ ਜਗ੍ਹਾ 'ਤੇ। ਜਿਵੇਂ ਆਪਾਂ ਕਹਿੰਦੇ ਆ ਨਾ ਵੱਢਣਾ, ਕੱਟਣਾ, ਖੱਲ ਦੇੜਨੀ ਜਾਂ ਕੁਛ ਹੋਰ, ਉਹਨਾਂ ਲਈ ਹਿੰਦੀ ਦੇ ਵਿੱਚ ਇੱਕ ਵਰਡ ਹੀ, ਉਹ ਇੱਕ ਵਰਡ ਹੀ ਯੂਜ਼ ਕਰਦੇ। ਕਿਸੇ ਨੇ ਬਹੁਤ ਵਧੀਆ ਲਿਖਿਆ ਸੀਗਾ ਇਹ ਇੰਟਰਨੈਟ 'ਤੇ, ਉਹ ਉਹਨਾਂ ਨੂੰ ਗਰੀਬਾਂ ਦੀ ਭਾਸ਼ਾ ਕਹਿਣੀ ਸ਼ੁਰੂ ਕਰ ਦਿੰਦੇ ਵੀ ਤੁਹਾਡੇ ਕੋਲ ਤਾਂ ਵਰਡ ਹੀ ਨਹੀਂ ਹੈਗੇ ਯਾਰ, ਇਸ ਲੈਂਗੁਏਜ ਨੂੰ ਅਸੀਂ ਕੀ ਕਰਨਾ। ਸੋ ਐਂ ਨਹੀਂ ਗਾ, ਦੇਖੋ ਕਿ ਇਹ ਜਿੰਨੀਆਂ ਵੀ ਲੈਂਗੁਏਜਿਸ ਹੁੰਦੀਆਂ ਨਾ, ਹੈ ਨਾ, ਇਹ ਹਾਸੇ ਮਜ਼ਾਕ ਦੀਆਂ ਗੱਲਾਂ ਅਲੱਗ, ਜਿੰਨੀਆਂ ਵੀ ਲੈਂਗੁਏਜਿਸ ਆ, ਪੰਜਾਬੀ ਆ, ਅੰਗਰੇਜ਼ੀ ਆ, ਹਿੰਦੀ ਆ, ਉਰਦੂ ਆ, ਮਰਾਠੀ ਆ, ਗੁਜਰਾਤੀ ਆ, ਸਪੈਨਿਸ਼ ਆ, ਫਰੈਂਚ ਆ, ਜਿੰਨੀਆਂ ਵੀ ਲੈਂਗੁਏਜਿਸ ਆ, ਕੋਈ ਭਾਸ਼ਾ ਨਹੀਂ ਮਾੜੀ ਯਾਰ, ਸਾਰੀਆਂ ਭਾਸ਼ਾਵਾਂ ਆਪਦੀ ਜਗ੍ਹਾ 'ਤੇ ਵਧੀਆ ਵਾ। ਪਰ ਜਦੋਂ ਤੁਹਾਡੀ ਆਪਣੀ ਮਾਂ ਬੋਲੀ ਤੁਹਾਨੂੰ ਕਿਹਾ ਜਾਂਦਾ ਕਿ ਭੁੱਲ ਜਾਓ ਅਤੇ ਇਹ ਅਡੋਪਟ ਕਰ ਲਓ, ਜਾਂ ਤੁਹਾਡੇ 'ਤੇ ਇੰਪੋਜ਼ ਕੀਤੀ ਜਾਂਦੀ ਹੈ ਕੋਈ ਭਾਸ਼ਾ, ਉਦੋਂ ਤੁਹਾਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਕਿ ਇਹ ਸਾਡੀ ਭਾਸ਼ਾ 'ਤੇ ਹਮਲਾ ਤਾਂ ਨਹੀਂ ਕਿਤੇ, ਕਿ ਅਸੀਂ ਆਪਣੀ ਭਾਸ਼ਾ ਨੂੰ ਜਿਹੜਾ ਵਾ ਉਹ ਭੁੱਲ ਜਾਈਏ। ਥੋੜ੍ਹਾ ਜਿਹਾ ਸੋਚ ਵਿਚਾਰ ਕਰੋ ਇਹ 'ਤੇ। ਇੱਕ ਹੋਰ ਨਵੀਂ ਖਬਰ ਆਈ ਸੀ ਕਿ ਭਗਤ ਸਿੰਘ ਨਾਲ ਸੰਬੰਧਿਤ ਨਾ ਕਈ ਦਸਤਾਵੇਜ਼ ਆ ਲਾਹੌਰ ਦੇ ਵਿੱਚ। ਮੈਂ ਸਮਝਦਾ ਕਿ ਆਪਾਂ ਨੂੰ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ, ਕਿ ਜਿੰਨੇ ਵੀ ਇਤਿਹਾਸਕ ਸਰੋਤ ਆ ਨਾ ਆਪਣੇ, ਕਿਸੇ ਵੀ ਜਗ੍ਹਾ 'ਤੇ ਪਏ ਹੋਣ, ਆਪਾਂ ਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਆਪਾਂ ਉਹ ਜਿਹੜੇ ਇਤਿਹਾਸਕ ਸਰੋਤ ਆ ਉਹ ਆਪਾਂ ਲੈ ਆਈਏ।
ਜੇ ਮੰਨ ਲਓ ਕਿ ਉਹਨਾਂ ਦੀ ਪ੍ਰਾਪਰਟੀ ਆ ਉਹ ਨਹੀਂ ਦਿੰਦੇ, ਐਟਲੀਸਟ ਆਪਾਂ ਫੋਟੋ ਸਟੇਟ ਕਰਾ ਕੇ ਜਾਂ ਫੋਟੋ ਖਿੱਚ ਕੇ ਕਿਸੇ ਵੀ ਤਰੀਕੇ ਨਾਲ ਡਿਜੀਟਾਈਜ਼ ਕਰਕੇ ਆਪਾਂ ਉਹਨੂੰ ਜਿਹੜਾ ਵਾ ਉਹ ਲੋਕਾਂ ਤੱਕ ਪਹੁੰਚਾਈਏ। ਉਹਦੇ ਕੇਸ ਨਾਲ ਸੰਬੰਧਿਤ ਭਗਤ ਸਿੰਘ ਦੇ ਜਾਂ ਫਿਰ ਹੋਰ ਵੀ ਕਾफ़ੀ ਚੀਜ਼ਾਂ ਉਹਨਾਂ ਨੇ ਮੈਂਸ਼ਨ ਕੀਤੀਆਂ ਸੀ ਖਬਰ ਦੇ ਵਿੱਚ। ਉਹ ਜਿਹੜਾ ਵਾ ਉਹ ਲਾਹੌਰ ਦੇ ਵਿੱਚ ਪਿਆ ਵਾ। ਕਿੰਨਾ ਵਧੀਆ ਹੋਊਗਾ ਜੇ ਆਪਾਂ ਨੂੰ ਕੰਟੈਂਟ ਜਿਹੜਾ ਵਾ ਉਹ ਮਿਲ ਜਾਏ। ਕੀ ਪਤਾ ਜਿਹੜੀਆਂ ਨਵੀਆਂ ਚੀਜ਼ਾਂ ਉਹ ਆਪਾਂ ਨੂੰ ਮਿਲਣੀਆਂ ਸ਼ੁਰੂ ਹੋ ਜਾਣ। ਜਿਵੇਂ ਕਿ ਹੁਣ ਤੱਕ ਭਗਤ ਸਿੰਘ ਬਾਰੇ ਜਿਨ੍ਹਾਂ ਨੇ ਲਿਖਿਆ, ਕੋਈ ਇਹੋ ਜਿਹੀ ਇਨਫੋਰਮੇਸ਼ਨ ਨਵੀਂ ਹੋਵੇ ਜਿਹੜੀ ਉਹ ਪੁਰਾਣੇ ਵਾਲਾ ਪਰਸਪੈਕਟਿਵ ਜਿਹੜਾ ਵਾ ਉਹ ਚੇਂਜ ਕਰਦੇ ਜਾਂ ਕੁਛ ਐਡ ਕਰਦੇ ਉਹਦੇ ਵਿੱਚ, ਉਹ ਬਹੁਤ ਹੀ ਵਧੀਆ ਗੱਲ ਹੋ ਜੂਗੀ। ਸੋ ਜਿੰਨੀਆਂ ਵੀ ਸੰਸਥਾਵਾਂ ਹੈਗੀਆਂ ਵਾ ਇਸ ਪਾਸੇ ਇਤਿਹਾਸ ਨਾਲ ਸੰਬੰਧਿਤ ਹੋਣ ਜਾਂ ਫਿਰ ਸਿੱਖੀ ਨਾਲ ਸੰਬੰਧਿਤ ਹੋਣ, ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਜਿਹੜੀਆਂ ਚੀਜ਼ਾਂ ਵਾ ਇਹ ਆਪਾਂ ਲੈ ਕੇ ਆਈਏ। ਕਿਉਂਕਿ ਇਹਦੇ ਨਾਲ ਦੇਖੋ ਕੀ ਹੋਊਗਾ ਕਿ ਜਿਹੜੇ ਪੁਰਾਣੇ ਸਰੋਤ ਆ ਨਾ ਆਪਣੇ ਕੋਲ, ਉਹ ਅਵੇਲੇਬਲ ਹੋ ਜਾਣਗੇ। ਸੋ ਕੋਸ਼ਿਸ਼ ਕਰਨੀ ਚਾਹੀਦੀ ਆ ਆਪਾਂ ਸਾਰਿਆਂ ਨੂੰ ਕਿ ਜਿੰਨੇ ਵੀ ਆਪਣੇ ਪੁਰਾਤਨ ਸਰੋਤ ਆ, ਆਪਾਂ ਉਹਨਾਂ ਵੱਲ ਨਿਗਾਹ ਮਾਰੀਏ, ਉਹਨਾਂ ਨੂੰ ਸਮਝੀਏ। ਹੁਣ ਦੇ ਸਮੇਂ 'ਚ ਤਾਂ ਐਂ ਹੋਣ ਲੱਗ ਗਿਆ ਨਾ ਕਿ ਜਿੰਨੇ ਵੀ ਪੁਰਾਤਨ ਸਰੋਤ ਆ ਉਹਨੂੰ ਕਹਿ ਦਿੰਦੇ ਆ ਕਿ ਜੀ ਇਹ ਲੋੜ ਨਹੀਂ ਆਪਾਂ ਨੂੰ ਇਹਨਾਂ ਦੀ। ਜਿਵੇਂ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਆ ਨਾ ਜਾਂ ਇੰਡੀਆ ਦੇ ਵਿੱਚ ਵੀ ਰਹਿੰਦੇ ਹੋਣਗੇ, ਉਹਨਾਂ ਲੋਕਾਂ ਨੇ ਜਿਹੜੇ ਆਪਣੇ ਪੁਰਾਤਨ ਸਰੋਤ ਸੀਗੇ, ਜਨਮ ਸਾਖੀਆਂ ਹੋ ਗਈਆਂ, ਗੁਰਬਿਲਾਸ ਹੋ ਗਏ, ਪੰਥ ਪ੍ਰਕਾਸ਼ ਹੋ ਗਏ, ਸੂਰਜ ਪ੍ਰਕਾਸ਼ ਹੋ ਗਿਆ, ਹੋਰ ਜਿੰਨੀਆਂ ਵੀ ਲਿਖਤਾਂ ਵਾ, ਉਹਨਾਂ ਨੂੰ ਛੱਡ ਕੇ ਜਿਹੜੇ ਸਕਾਲਰਸ ਆ ਨਾ ਉਹਨਾਂ ਦੀਆਂ ਲਿਖਤਾਂ ਪੜ੍ਹਨੀਆਂ ਸ਼ੁਰੂ ਕਰਤੀਆਂ। ਯਾਰ ਘੱਟੋ ਘੱਟ ਜਿਹੜਾ ਮੂਲ ਆ ਤੁਸੀਂ ਉਹਨੂੰ ਤਾਂ ਪੜ੍ਹ ਲਓ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਸਕਾਲਰਸ ਦੀਆਂ ਜਿਹੜੀਆਂ ਕਿਤਾਬਾਂ ਵਾ ਤੁਸੀਂ ਉਹ ਨਾ ਪੜ੍ਹੋ, ਤੁਸੀਂ ਪੜ੍ਹੋ ਉਹ ਵੀ ਕਿਤਾਬਾਂ, ਪਰ ਜਿਹੜਾ ਮੂਲ ਆ ਘੱਟੋ ਘੱਟ ਮੂਲ ਤਾਂ ਤੁਸੀਂ ਪੜ੍ਹ ਲਓ। ਉਸ ਤੋਂ ਬਾਅਦ 'ਚ ਸਕਾਲਰਸ 'ਤੇ ਮੂਵ ਹੋ ਜਿਓ। ਮੂਲ ਤੁਸੀਂ ਪੜ੍ਹਦੇ ਨਹੀਂ, ਸਕਾਲਰਸ ਆਪਣੇ ਕੰਜੈਕਚਰਸ ਲੈ ਆਉਂਦੇ ਆ। ਉਸ ਤੋਂ ਬਾਅਦ 'ਚ ਤੁਸੀਂ ਫਿਰ ਕਹਿੰਦੇ ਆ ਕਿ ਇਹ ਵੀ ਚੀਜ਼ ਗਲਤ ਆ, ਉਹ ਵੀ ਚੀਜ਼ ਗਲਤ ਆ। ਸੋ ਜਿਹੜਾ ਮੂਲ ਆ ਆਪਣਾ, ਆਪਾਂ ਮੂਲ ਤੋਂ ਨਾ ਟੁੱਟੀਏ। ਇਹਦੇ ਵੱਲ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਵਾ ਅਤੇ ਵੱਧ ਤੋਂ ਵੱਧ ਜਿਹੜੀਆਂ ਇਹ ਲਿਖਤਾਂ ਹੁੰਦੀਆਂ ਵਾ ਕਿਸੇ ਨਾਲ ਵੀ ਸੰਬੰਧਿਤ ਹੋਣ, ਚਾਹੇ ਉਹ ਸਿੱਖੀ ਨਾਲ ਸੰਬੰਧਿਤ ਹੋਣ, ਚਾਹੇ ਉਹ ਪੰਜਾਬ ਨਾਲ ਸੰਬੰਧਿਤ ਹੋਣ, ਆਪਾਂ ਨੂੰ ਉਹ ਲੈ ਕੇ ਆਉਣੀਆਂ ਚਾਹੀਦੀਆਂ, ਸੰਭਾਲਣੀਆਂ ਚਾਹੀਦੀਆਂ ਵਾ, ਘੋਖਣੀਆਂ ਚਾਹੀਦੀਆਂ ਵਾ ਅਤੇ ਉਹਦੇ ਬਾਰੇ ਚਰਚਾ ਕਰਨੀ ਚਾਹੀਦੀ ਆ। ਕਾਂਗਰਸ ਨੇ ਸੱਦਿਆ ਸੀਗਾ ਜੀ ਜਿਹੜੀ ਉਹਨਾਂ ਦੀ ਕਮੇਟੀ ਸੀਗੀ ਫੇਸਬੁੱਕ ਨੂੰ, ਇਹਦੇ ਬਾਰੇ ਆਪਾਂ ਜ਼ਿਕਰ ਕੀਤਾ ਸੀ ਕਾਫੀ ਟਾਈਮ ਪਹਿਲਾਂ, ਅਤੇ 2 ਸਤੰਬਰ ਨੂੰ ਉਹਨਾਂ ਨੇ ਆਉਣਾ ਸੀਗਾ। ਉਹਦੇ ਵਿੱਚ ਫੇਸਬੁੱਕ ਕਹਿੰਦੀ ਹੈ ਕਿ ਅਸੀਂ ਕਿਸੇ ਪਾਰਟੀ ਨੂੰ ਸਪੋਰਟ ਨਹੀਂ ਕਰਦੇ ਅਤੇ ਜਿੱਥੇ ਵੀ ਕੋਈ ਬੰਦਾ ਨਫ਼ਰਤ ਫੈਲਾਉਂਦਾ ਵਾ ਅਸੀਂ ਉਹਦਾ ਸਮਰਥਨ ਨਹੀਂ ਕਰਦੇ। ਅਤੇ ਉਹਦੇ ਵਿੱਚ ਇੱਕ ਜਿਹੜਾ ਬੀਜੇਪੀ ਦਾ ਪੋਲੀਟੀਸ਼ੀਅਨ ਆ ਰਾਜਾ ਸਿੰਘ, ਤੁਸੀਂ ਉਹ ਦੇਖਿਆ ਹੋਊਗਾ, ਬਹੁਤ ਲੋਕਾਂ ਨੇ ਸਪੀਚਿਸ ਵੀ ਸੁਣੀਆਂ ਹੋਣਗੀਆਂ ਉਹਦੀਆਂ, ਉਹਨੂੰ ਬੈਨ ਕਰਤਾ। ਅਤੇ ਉਹ ਬੰਦਾ ਕਹਿੰਦਾ ਮੈਂ ਤਾਂ ਯਾਰ ਹੈ ਹੀ ਨਹੀਂ ਸੀਗਾ ਮਤਲਬ ਔਨਲਾਈਨ ਸੋਸ਼ਲ ਮੀਡੀਆ 'ਤੇ, ਉਹ ਮਤਲਬ 1 ਸਾਲ ਤੋਂ ਉੱਤੇ ਹੋ ਗਿਆ, ਉਹਨੂੰ ਉਹਨਾਂ ਨੇ ਬੈਨ ਕਰਤਾ। ਐਨੀਵੇਜ਼ ਇਹ ਪਤਾ ਸੀਗਾ ਇਹਨਾਂ ਨੇ ਐਂ ਕਰਨਾ, ਕੌਣ ਮੰਨੂਗਾ ਯਾਰ ਜੇ ਮੰਨ ਲਓ ਕਿ ਉਹਨਾਂ ਨੇ ਥੋੜ੍ਹਾ ਜਿਹਾ ਸਪੋਰਟ ਵੀ ਕੀਤਾ ਵਾ ਕਿਸੇ ਪੋਲੀਟੀਕਲ ਪਾਰਟੀ ਨੂੰ, ਕੋਈ ਵੀ ਹੋਵੇ, ਬੀਜੇਪੀ ਹੋਵੇ, ਕਾਂਗਰਸ ਹੋਵੇ, ਰਿਪਬਲਿਕਨਸ ਹੋ ਜਾਣ ਜਾਂ ਡੈਮੋਕ੍ਰੈਟਿਕ ਹੋਵੇ, ਕੋਈ ਵੀ ਪਾਰਟੀ ਹੋਵੇ ਕਿਸੇ ਵੀ ਦੇਸ਼ ਦੀ, ਫੇਸਬੁੱਕ ਐਂ ਥੋੜ੍ਹੀ ਨਾ ਕਹੂਗਾ ਕਿ ਯਾਰ ਅਸੀਂ ਇਸ ਪਾਰਟੀ ਨੂੰ ਸਪੋਰਟ ਕਰਦੇ ਹਾਂ, ਇਸ ਆਈਡੀਓਲੋਜੀ ਨੂੰ ਸਪੋਰਟ ਕਰਦੇ ਹਾਂ। ਉਹ ਕਦੇ ਵੀ ਨਹੀਂ ਕਹਿਣਗੇ। ਜ਼ਿਆਦਾ ਤੋਂ ਜ਼ਿਆਦਾ ਇਹ ਹੁੰਦਾ ਇਹਨਾਂ ਚੀਜ਼ਾਂ ਦੇ ਵਿੱਚ ਕਿ ਉਹ ਇੱਕ ਬੰਦੇ 'ਤੇ ਸਾਰਾ ਆਪਣਾ ਪਾ ਕੇ ਨਾ ਕਿ ਇਹਦੀ ਗਲਤੀ ਆ ਉਹਨੂੰ ਕੱਢ ਦਿੰਦੇ ਆ। ਪੋਲੀਟੀਕਲ ਪਾਰਟੀ ਹੋਵੇ ਜਾਂ ਕੋਈ ਬਿਜ਼ਨਸ ਹੋਵੇ, ਇਹਦੇ ਵਿੱਚ ਇਹੀ ਹੁੰਦਾ। ਇਹ ਬਹੁਤ ਹੀ ਐਕਸਪੈਕਟਡ ਜਿਹਾ ਰਿਪਲਾਈ ਸੀਗਾ ਫੇਸਬੁੱਕ ਦਾ। ਮੈਨੂੰ ਨਹੀਂ ਪਤਾ ਇਹਦੇ ਵਿੱਚ ਉਹ ਹੋਰ ਘੋਖਣਗੇ ਜਾਂ ਇਹ ਮੁੱਦਾ ਇੱਥੇ ਹੀ ਖ਼ਤਮ ਹੋ ਜਾਊਗਾ, ਪਰ ਇਹ ਬਹੁਤ ਹੀ ਡੰਮ ਥਿੰਗ ਸੀਗੀ ਕਿ ਫੇਸਬੁੱਕ ਨੇ ਇਹ ਚੀਜ਼ਾਂ ਕਹੀਆਂ, ਜਦ ਕਿ ਸਬੂਤ ਜਿਹੜਾ ਵਾ ਉਹ ਟੋਟਲੀ ਓਪੋਜ਼ਿਟ ਆ ਉਹਨਾਂ ਦੇ। ਸੈਕਿੰਡ ਲਾਸਟ ਜਿਹੜੀ ਆਪਾਂ ਗੱਲ ਕਰਨੀ ਆ ਜੀ, ਉਹ ਗੱਲ ਕਰਨੀ ਆ ਆਪਾਂ ਸੱਜਣ ਕੁਮਾਰ ਦੀ। ਸੱਜਣ ਕੁਮਾਰ ਦੀ ਜਿਹੜੀ ਪਲੀ ਸੀਗੀ ਕਿ ਮੈਨੂੰ ਭਾਈ ਬੇਲ ਦੇ ਦਿਓ, ਮੇਰੀ ਸਿਹਤ ਖਰਾਬ ਆ ਜਾਂ ਕੁਛ ਹੋਰ, ਉਹ ਰਿਜੈਕਟ ਕਰਦੀ ਹੈ ਸੁਪਰੀਮ ਕੋਰਟ ਨੇ। ਬਈ ਤੂੰ ਇੰਨੇ ਗੁਨਾਹ ਕੀਤੇ ਆ, ਤੈਨੂੰ ਕੋਈ ਵੀ ਉਹ ਨਹੀਂ ਹੈਗਾ, ਨਾਲੇ ਤੂੰ ਸਹੀ ਦਿਖਦਾ ਵਾ। ਹੁਣ ਇਸ ਬੰਦੇ ਨੂੰ ਬਸ ਉੱਥੇ ਹੀ ਮਰ ਜਾਣਾ ਚਾਹੀਦਾ, ਮਤਲਬ ਜਲਦੀ ਨਾ ਮਰੇ, ਆਈ ਵਿਲ ਸੇ ਕੁਛ ਹੋਰ 20-30 ਸਾਲ ਹੋਰ ਜੀਵੇ, ਰੱਬ ਇਹਦੇ 'ਤੇ ਕਿਰਪਾ ਕਰੇ, 20-30 ਸਾਲ ਜੀਵੇ ਅਤੇ ਜੇਲ੍ਹ ਦੇ ਵਿੱਚ ਹੀ ਮਰ ਜੇ ਇਹਨੂੰ ਫੇਰ ਪਤਾ ਚੱਲੂਗਾ ਵੀ ਕੁਛ ਥੋੜ੍ਹੀ ਜਿਹੀ ਤਾਂ ਸ਼ਰਮ ਹੋਣੀ ਚਾਹੀਦੀ ਯਾਰ। ਤੂੰ ਕਨਵਿਕਟ ਆ ਯਾਰ ਜੈਨੋਸਾਈਡ ਦੇ ਵਿੱਚੋਂ ਵੀ, ਅਤੇ ਤੂੰ ਬੇਲ ਪਲੀ ਮੰਗ ਰਿਹਾ ਵਾ। ਹੱਦ ਹੋ ਗਈ ਯਾਰ, ਮਤਲਬ ਥੋੜ੍ਹੀ ਵੀ ਸ਼ਰਮ ਨਹੀਂ ਹੈਗੀ ਇਹਨਾਂ ਲੋਕਾਂ ਨੂੰ ਵੀ ਐਡਾ ਕਿ ਤੈਨੂੰ ਕੈਂਸਰ ਹੋ ਗਿਆ ਕਿ ਤੇਰੀ ਲੱਤ ਵੱਢਣੀ ਪੈ ਰਹੀ ਆ ਵੀ ਤਾਂ ਕਰਕੇ ਤੂੰ ਜਾਣਾ ਹਸਪਤਾਲ। ਇਹੋ ਜਿਹੇ ਪੋਲੀਟੀਸ਼ੀਅਨਸ ਨੂੰ ਜਾਂ ਫਿਰ ਪੁਲਿਸ ਵਾਲਿਆਂ ਨੂੰ ਜਿੰਨਾ ਜੇਲ੍ਹ ਦੇ ਵਿੱਚ ਡੱਕੇ ਰਹਿਣ ਦੋਗੇ ਨਾ ਓਨਾ ਵਧੀਆ। ਇੱਕ ਸਿੰਗਲ ਡੇ ਵੀ ਇਹਨਾਂ ਨੂੰ ਬਾਹਰ ਜਾਣ ਦੀ ਆਗਿਆ ਨਹੀਂ ਮਿਲਣੀ ਚਾਹੀਦੀ, ਕੋਈ ਵੀ ਪਰੋਲ ਨਹੀਂ ਹੋਣਾ ਚਾਹੀਦਾ ਇਹਦੇ ਲਈ। ਲਾਸਟ 'ਤੇ ਆਪਾਂ ਗੱਲ ਕਰਨੀ ਆ ਸੁਮੇਧ ਸੈਣੀ ਬਾਰੇ। ਕਾਫੀ ਟਾਈਮ ਤੋਂ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਇਹਦਾ ਜ਼ਿਕਰ ਕਰਦੇ ਆ ਰਹੇ ਹਾਂ। ਸੋ ਸੁਮੇਧ ਸੈਣੀ ਜਿਹੜਾ ਵਾ ਉਹਦੇ ਲਈ ਛਾਪੇਮਾਰੀ ਸ਼ੁਰੂ ਹੋ ਚੁੱਕੀ ਆ। ਜ਼ਮਾਨਤ ਅਰਜੀ ਜਿਹੜੀ ਸੀਗੀ ਉਹ ਖਾਰਜ ਹੋ ਚੁੱਕੀ ਆ। ਕਿੱਥੇ ਉਹ ਬੰਦਾ ਲੁਕਿਆ ਹੋਇਆ ਕਿਸੇ ਨੂੰ ਕੁਛ ਵੀ ਨਹੀਂ ਪਤਾ,
ਤੇ ਜਿਹੜੀ ਸਿਕਿਉਰਿਟੀ ਸੀਗੀ ਆਪਦੀ ਜਿਹੜੀ ਉਹ ਛੱਡ ਕੇ ਭੱਜ ਗਿਆ ਬੰਦਾ। ਉਹਦੀ ਘਰਵਾਲੀ ਕਹਿ ਰਹੀ ਹੈ ਕਿ ਸਿਕਿਉਰਿਟੀ ਡਰੋਪ ਕਰਤੀ, ਉਹ ਕਹਿੰਦੇ ਨਹੀਂ ਅਸੀਂ ਤਾਂ ਕੀਤੀ ਨਹੀਂ ਗੀ, ਉਹ ਬਿਨਾਂ ਦੱਸੇ ਭੱਜ ਗਿਆ। ਹੁਣ ਜਿਹੜਾ ਕੁਛ ਵੀ ਹੋਊਗਾ ਉਹਦੇ ਖੁਦ ਦੇ ਹੱਥ ਦੇ ਵਿੱਚ ਆ। ਇਹ ਵੀ ਗੱਲ ਆ ਰਹੀ ਆ ਕਿ ਉਹ ਸ਼ਾਇਦ ਨੇਪਾਲ ਸਰਹੱਦ ਦੇ ਰਾਹੀਂ ਕਿਤੇ ਚਲਾ ਗਿਆ ਹੋਵੇ ਤੇ ਉਹਦਾ ਜਿਹੜਾ ਪਾਸਪੋਰਟ ਉਹਨਾਂ ਨੇ ਜ਼ਬਤ ਕੀਤਾ ਹੋਇਆ, ਪਰ ਉਹਨਾਂ ਨੂੰ ਪਤਾ ਨਹੀਂ ਕਿ ਹੋਰ ਪਾਸਪੋਰਟ ਉਹਦੇ ਕੋਲ ਆਪਦਾ ਹੈਗਾ ਕਿ ਨਹੀਂ। ਜਿਹੜਾ ਇਹ ਦੇਸ਼ ਤੋਂ ਬਾਹਰ ਜਾਣ ਦੀ ਗੱਲ ਆ, ਇਹਦੇ ਬਾਰੇ ਆਪਾਂ ਲਾਸਟ ਟਾਈਮ ਜ਼ਿਕਰ ਕੀਤਾ ਸੀਗਾ ਕਿ ਇਹ ਗੱਲ ਹੋ ਸਕਦੀ ਹੈ ਕਿ ਉਹ ਦੇਸ਼ ਛੱਡ ਕੇ ਭੱਜ ਜੇ। ਅਜੇ ਕੁਛ ਵੀ ਕਨਫਰਮ ਨਹੀਂ ਹੈਗਾ ਕਿ ਉਹ ਦੇਸ਼ ਦੇ ਵਿੱਚ ਹੈਗਾ ਜਾਂ ਦੇਸ਼ ਦੇ ਵਿੱਚ ਨਹੀਂ ਹੈਗਾ। ਪਰ ਇੱਕ ਗੱਲ ਮੈਂ ਇੱਥੇ ਹੋਰ ਰੱਖਣੀ ਚਾਹੁੰਦਾ ਵਾਂ, ਉਹ ਇਹ ਕਿ ਇਹ ਵੀ ਹੋ ਸਕਦਾ ਕਿ ਸਮੀਰ ਸੈਣੀ ਨੂੰ ਮਾਰ ਦੇਣ ਉਹ। ਜੇ ਉਹਨਾਂ ਨੂੰ ਸ਼ੱਕ ਆ ਨਾ ਕਿ ਇਹ ਬੰਦਾ ਮੂੰਹ ਖੋਲ੍ਹ ਸਕਦਾ ਵਾ ਅਤੇ ਹੋਰ ਲੋਕਾਂ ਦੇ ਨਾਮ ਵੀ ਆ ਸਕਦੇ ਆ, ਚਾਹੇ ਉਹ ਪੋਲੀਟੀਸ਼ੀਅਨ ਹੋਣ ਚਾਹੇ ਪੁਲਿਸ ਵਾਲੇ ਹੋਣ, ਕਿਉਂਕਿ ਇਹ ਇੱਕ ਬੰਦੇ ਦਾ ਤਾਂ ਕੰਮ ਨਹੀਂ ਗਾ। ਜੇ ਤੁਸੀਂ ਕਹੋਗੇ ਸਮੀਰ ਸੈਣੀ ਨੇ ਸਾਰਾ ਕੁਛ ਕਰਤਾ ਤਾਂ ਫਿਰ ਤੁਸੀਂ ਮੂਰਖ ਆ। ਬਹੁਤ ਸਾਰੇ ਲੋਕ ਜਿਹੜੇ ਇਹਦੇ ਵਿੱਚ ਇਨਵੋਲਵ ਆ ਅਤੇ ਕੱਲ੍ਹ ਨੂੰ ਇਹ ਮਾਰ ਕੇ ਉਹਦਾ ਮੂੰਹ ਵੀ ਬੰਦ ਕਰ ਸਕਦੇ ਆ ਅਤੇ ਇਹ ਕਹਿ ਸਕਦੇ ਆ ਉਹ ਇਨਕਾਊਂਟਰ ਦੇ ਵਿੱਚ ਮਾਰਿਆ ਗਿਆ, ਉਹਨੇ ਪਹਿਲਾਂ ਸਾਡੇ 'ਤੇ ਹਮਲਾ ਕੀਤਾ, ਅਸੀਂ ਬਾਅਦ 'ਚੋਂ ਕੀਤਾ। ਜੇ ਆਪਾਂ ਐਕਸਟ੍ਰੀਮ ਐਂਡ 'ਤੇ ਜਾ ਕੇ ਸੋਚੀਏ ਤਾਂ ਇਹ ਗੱਲਾਂ ਹੋ ਸਕਦੀਆਂ, ਕੋਈ ਵੱਡੀ ਗੱਲ ਨਹੀਂ ਹੈਗੀ ਪੁਲਿਸ ਲਈ ਇਹ। ਜਾਂ ਇਹ ਹੋ ਸਕਦਾ ਵਾ ਕਿ ਇੱਕ ਦਾੜ੍ਹੀ ਮੁੱਛਾਂ ਵਾਲੇ ਬੰਦੇ ਨੇ ਉਹਨੂੰ ਮਾਰਤਾ, ਕਹਿ ਦੇਣਗੇ ਕਿ ਭਾਈ ਇਹਨੇ ਮਾਰਿਆ, ਉਹ ਕਹੂਗਾ ਕਿ ਮੈਂ ਬਦਲਾ ਲੈਣਾ ਸੀਗਾ, ਮੈਨੂੰ ਇਕੱਲਾ ਮਿਲ ਗਿਆ ਅਤੇ ਮੈਂ ਠੋਕਤਾ। ਅਤੇ ਆਪਾਂ ਕਹਿਣ ਲੱਗ ਜਾਂਗੇ ਹਾਂ ਭਾਈ ਬਹੁਤ ਵਧੀਆ ਕੀਤਾ, ਇਹਨੇ ਬਦਲਾ ਲੈ ਲਿਆ। ਉਹ ਪੂਰਾ ਜਿਹੜੀ ਚੀਜ਼ ਆ, ਜਿਹੜੇ ਹੋਰ ਬਾਕੀ ਲੋਕਾਂ ਦੇ ਨਾਮ ਆਉਣੇ ਸੀ, ਉਹ ਪੂਰੇ ਜਿਹੜੇ ਆ ਉਹ ਉੱਥੇ ਹੀ ਫਿਰ ਖ਼ਤਮ ਹੋ ਜਾਣਗੇ। ਅਤੇ ਉਹ ਜਿਹੜਾ ਬੰਦਾ ਵਾ ਪੁਲਿਸ ਵਾਲਿਆਂ ਦਾ ਵੀ ਹੋ ਸਕਦਾ ਵਾ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਭਾਈ ਸਿੱਖ ਇਸ ਤਰੀਕੇ ਨਾਲ ਸੋਚਣਗੇ ਵੀ ਅਸੀਂ ਤਾਂ ਬਦਲਾ ਲੈ ਲਿਆ। ਜਿਵੇਂ ਇੰਦਰਾ ਗਾਂਧੀ ਨੂੰ ਮਾਰ ਕੇ ਲਿੱਤਾ ਸੀ, ਬਿਆਨ ਸਿੰਘ ਨੂੰ ਮਾਰ ਕੇ ਲਿੱਤਾ ਸੀਗਾ, ਵੀ ਇਹਨੇ ਇੰਨੇ ਨਿਰਦੋਸ਼ ਮਾਰੇ, ਅਸੀਂ ਇਹਨੂੰ ਠੋਕਤਾ। ਇਹ ਪੁਲਿਸ ਵਾਲਿਆਂ ਦੀ ਚਾਲ ਵੀ ਹੋ ਸਕਦੀ ਆ ਕਿ ਭਾਈ ਜਿਹੜੇ ਹੋਰ ਨਾਮ ਆ ਉਹ ਨਾ ਦੇਵੇ, ਇਸ ਕਰਕੇ ਅਸੀਂ ਇਹਨੂੰ ਇੱਕ ਡਿਫਰੈਂਟ ਐਂਗਲ ਤੋਂ ਰਿਪ੍ਰਜੈਂਟ ਕਰੀਏ ਕਿ ਬਦਲਾ ਲੈਣ ਲਈ ਕਿਸੇ ਨੇ ਮਾਰਤਾ। ਆਪਾਂ ਨੂੰ ਥੋੜ੍ਹਾ ਜਿਹਾ ਧਿਆਨ ਦੇਣਾ ਪਊਗਾ, ਐਂ ਨਾ ਹੋਵੇ ਕਿ ਆਪਾਂ ਭਾਵਨਾਵਾਂ ਦੇ ਵਿੱਚ ਵਹਿ ਕੇ ਉਹ ਚੀਜ਼ਾਂ ਦੇਖੀਏ, ਨਹੀਂ। ਸੋ ਸਮੀਰ ਸੈਣੀ ਦਾ ਕੀ ਹੁੰਦਾ, ਜੇਲ੍ਹ 'ਚ ਜਾਊਗਾ, ਲੋਕਾਂ ਨੂੰ ਦੱਸੂਗਾ ਕਿ ਭਾਈ ਮੇਰੇ ਤੋਂ ਬਿਨਾਂ ਇਹ ਲੋਕ ਹੋਰ ਵੀ ਹੈਗੇ ਆ, ਜਾਂ ਇਨਕਾਊਂਟਰ ਦੇ ਵਿੱਚ ਮਾਰਿਆ ਜਾਊਗਾ, ਜਾਂ ਫਿਰ ਕਿਸੇ ਬਾਹਰਲੇ ਦੇਸ਼ ਚਲਾ ਜਾਊਗਾ। ਇਹ ਕੀ ਹੁੰਦਾ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਨਹੀਂ ਪਤਾ। ਬਹੁਤ ਸਾਰੀਆਂ ਪੋਸੀਬਿਲਿਟੀਜ਼ ਹੈਗੀਆਂ ਵਾ ਐਂਡ ਆਈ ਐਮ ਓਪਨ ਟੂ ਆਲ ਦ ਪੋਸੀਬਿਲਿਟੀਜ਼। ਕੁਛ ਵੀ ਹੋ ਸਕਦਾ ਵਾ। ਮੈਂ ਇੱਕ ਗੱਲ ਪੱਕੀ ਕਹਿ ਸਕਦਾ ਕਿ ਸੁਮੇਰ ਸੈਣੀ ਨੂੰ ਛੱਡ ਕੇ ਹੋਰ ਕਿਸੇ ਬੰਦੇ 'ਤੇ ਕੋਈ ਪਰਚਾ ਨਹੀਂ ਹੋਊਗਾ ਜਾਂ ਫਿਰ ਉਹ ਜੇਲ੍ਹ 'ਚ ਨਹੀਂ ਜਾਊਗਾ। ਸੁਮੇਰ ਸੈਣੀ ਨੇ ਜੇ ਆਪਣਾ ਮੂੰਹ ਵੀ ਖੋਲ੍ਹਤਾ ਨਾ, ਆਪਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਜਾਊਗਾ। ਜੇ ਪਤਾ ਲੱਗਣ ਦੇ ਦਿੱਤਾ ਗਿਆ ਤਾਂ ਫਿਰ ਜਿਹੜੇ ਬਾਕੀ ਲੋਕਾਂ ਦੇ ਕੇਸ ਹੋਣਗੇ ਉਹ ਬਸ ਸਾਲਾਂ ਤੱਕ ਚੱਲਦੇ ਰਹਿਣਗੇ। ਉਹਨਾਂ ਦਾ ਵੀ ਕੋਈ ਨਤੀਜਾ ਨਹੀਂ ਨਿਕਲੂਗਾ। ਬੰਦੇ ਦੇਖੋ ਟਰਾਇਲ ਦੇ ਵਿੱਚ ਮਰ ਜਾਂਦੇ। 84 ਦੇ ਕਿੰਨੇ ਜਿਹੜੇ ਸੀਗੇ ਲੋਕ ਜਿਨ੍ਹਾਂ 'ਤੇ ਇਲਜ਼ਾਮ ਲੱਗਿਆ ਸੀਗਾ ਕਿ ਇਹਨਾਂ ਨੇ ਦੰਗੇ ਕਰਾਏ, ਉਹ ਟਰਾਇਲ ਦੇ ਵਿੱਚ ਹੀ ਮਰ ਗਏ। ਕਿੰਨੇ ਕੁ ਲੋਕ ਜੇਲ੍ਹ 'ਚ ਮਰੇ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਕੀ ਕਰਦੀ ਹੈ ਸੁਮੇਰ ਸੈਣੀ ਦੇ ਖਿਲਾਫ। ਅੱਜ ਦੇ ਐਪੀਸੋਡ ਦੇ ਵਿੱਚ ਇੰਨਾ ਹੀ ਜੀ। ਅਗਲੇ ਐਪੀਸੋਡ ਦੇ ਵਿੱਚ ਆਪਾਂ ਹੋਰ ਗੱਲਾਂ ਲੈ ਕੇ ਮਿਲਾਂਗੇ, ਪੰਥ ਦੀਆਂ, ਰਾਜਨੀਤੀ ਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।